ਇਹ ਸੱਚਾ ਹੁਕਮ ਜਾਣਿਆ ਕਿਹਦੇ ਰਾਹੀਂ ਜਾਂਦਾ ਹੈ ਜੀ? ਗੁਰੂ ਦੇ ਰਾਹੀਂ। ਤੇ ਗੁਰੂ ਦੇ ਰਾਹੀਂ ਇਸ ਹੁਕਮ ਦੀ ਸਮਝ ਵੀ ਨਹੀਂ ਆ ਸਕਦੀ। ਅੱਗੇ ਆਖਦੇ ਨੇ ਕਿ ਗੁਰਮਤੀ ਆਪ ਗਵਾਏ ਸੱਚ ਪਛਾਣਿਆ। ਗੁਰੂ ਦੀ ਮੱਤ ਲੈ ਕੇ ਸਤਿਗੁਰੂ ਕਹਿੰਦੇ ਆਪਣੇ ਵਿੱਚੋਂ ਗਵਾ ਲੈਣਾ ਤੇ ਸੱਚ ਦੀ ਪਹਿਚਾਣ ਕਰਨੀ, ਇਹ ਅਸਲ ਦੇ ਵਿੱਚ ਗੁਰੂ ਦਾ ਹੁਕਮ ਹੈ। ਸੱਚ ਤੇਰਾ ਦਰਬਾਰ ਸ਼ਬਦ ਨਿਸ਼ਾਨਿਆ। ਇਹ ਅਕਾਲ ਪੁਰਖ ਜੀ, ਤੇਰਾ ਜਿਹੜਾ ਦਰਬਾਰ ਹੈ ਉਹ ਸੱਚਾ ਹੈ, ਔਰ ਇਸ ਰਾਹ ਦੇ ਉੱਪਰ ਜਿਹੜੇ ਰਾਹੇਦਾਰ ਨੇ ਉਹ ਸ਼ਬਦ ਦੇ ਰਾਹੀਂ ਇਸ ਰਾਹ ਦੇ ਉੱਤੇ ਜਾ ਸਕਦੇ ਆ। ਕਹਿ ਲਓ ਵੀ ਮਤਲਬ ਪਰਮਾਤਮਾ ਦੇ ਦਰ ਤੇ ਪਹੁੰਚਣਾ ਇਹਨਾਂ ਤੇ ਸਾਨੂੰ ਸ਼ਬਦ ਦਾ ਆਸਰਾ ਲੈਣਾ ਪਵੇਗਾ। ਉਸ ਤੋਂ ਬਾਅਦ ਅਗਲੀ ਗੱਲ ਗੁਰੂ ਸਾਹਿਬ ਕਹਿੰਦੇ ਆ ਵੀ ਸੱਚਾ ਸ਼ਬਦ ਵਿਚਾਰ ਸੱਚ ਸਮਾਣਿਆ, ਕਿ ਸੱਚੇ ਸ਼ਬਦ ਦੀ ਵਿਚਾਰ ਕਰ। ਜਿਹੜਾ ਇਨਸਾਨ ਉਹਦੀ ਵਿਚਾਰ ਕਰਦਾ ਤੇ ਉਹਦੇ ਵਿੱਚ ਸਮਾ ਜਾਂਦਾ ਹੈ। ਮਨਮੁਖ ਸਦਾ ਕੁੜਿਆਰ ਭਰਮ ਭੁਲਾਣਿਆ। ਜਿਹੜੇ ਮਨਮੁਖ ਇਨਸਾਨ ਨੇ ਸਤਿਗੁਰੂ ਕਹਿੰਦੇ ਉਹ ਬਿਲਕੁਲ ਝੂਠੇ ਨੇ, ਮਨ ਦੇ ਪਿੱਛੇ ਤੁਰਨ ਵਾਲੇ, ਤੇ ਉਹ ਭਟਕਣਾ ਦੇ ਵਿੱਚ ਲੱਗੇ ਰਹਿੰਦੇ ਆ ਕਿ ਬਿਸ਼ਟਾ ਅੰਦਰ ਵਾਸ ਸਾਧ ਨਾ ਜਾਣਿਆ। ਤੇ ਕਹਿੰਦੇ ਵੀ ਇਦਾਂ ਦੀ ਗੱਲ ਹੈ ਵੀ ਗੁਰੂ ਸਾਹਿਬ ਕਹਿੰਦੇ ਵੀ ਜਿਵੇਂ ਗੰਦਗੀ ਦੇ ਕੀੜੇ ਹੋਣ ਨਾ, ਵੀ ਮਨਮੁਖ ਇਨਸਾਨਾਂ ਦੀ ਵਿਰਤੀ ਹਾਲਤ ਇਦਾਂ ਦੀ ਹੈ ਤੇ ਉਹ ਕਦੇ ਵੀ ਪਰਮਾਤਮਾ ਦੇ ਵਾਸ ਨੂੰ ਨਹੀਂ ਜਾਣ ਸਕਦੇ। ਉਹਨਾਂ ਦਾ ਜਿੱਦਾਂ ਦਾ ਮਨ ਕਰਦਾ ਉਦਾਂ ਦਾ ਆਪਣਾ ਜੀਵਨ ਬਤੀਤ ਕਰਦੇ ਆ। ਤੋ ਇਹ ਜਿਹੜੀ ਪੌੜੀ ਦੀ ਤਕਰੀਬਨ ਅਸੀਂ ਅੱਧ ਤੋਂ ਜ਼ਿਆਦਾ ਵਿਆਖਿਆ ਕੀਤੀ, ਜਿਹੜੇ ਸੰਖੇਪ ਅਰਥ ਨੇ। ਇੱਥੋਂ ਅੱਗੇ ਆਪਾਂ ਸਭ ਤੋਂ ਪਹਿਲਾ ਜਿਹੜਾ ਟੌਪਿਕ ਹੈ ਜੀ ਉਹ ਸ਼ੁਰੂ ਕਰਦੇ ਹਾਂ ਕਿ ਜਿਹੜਾ ਹੁਕਮ ਹੈ। ਹੁਕਮ ਨੂੰ ਸਮਝਣ ਦੇ ਲਈ ਸਭ ਤੋਂ ਪਹਿਲਾਂ ਆਪਾਂ ਇਹਦੇ ਜਿਹੜੇ ਅੱਖਰੀ ਅਰਥ ਨੇ ਉਹਨੂੰ ਸਮਝੀਏ। ਵੀ ਹੁਣ ਹੁਕਮ ਦੀ ਹਰ ਇੱਕ ਧਰਮ ਦੀ ਆਪੋ ਆਪਣੀ ਪਰਿਭਾਸ਼ਾ ਹੈ। ਕੋਈ ਇਨਸਾਨ ਉਹਨੂੰ ਲਾ ਆਫ ਗੋਡ ਵੀ ਕਹਿ ਦਿੰਦਾ ਹੈ, ਤੇ ਕੋਈ ਕਹਿ ਦਿੰਦਾ ਹੈ ਲਾ ਆਫ ਯੂਨੀਵਰਸਲ ਕਹਿ ਦਿੰਦਾ ਹੈ, ਤੇ ਕੋਈ ਕਹਿ ਦਿੰਦਾ ਹੈ ਕਿ ਲਾ ਆਫ ਨੇਚਰ ਵੀ ਕਹਿ ਦਿੰਦਾ ਹੈ। ਲਾ ਦਾ ਅਰਥ ਹੀ ਅਸਲ ਦੇ ਵਿੱਚ ਹੁਕਮ ਹੁੰਦਾ ਹੈ। ਇਹਨੂੰ ਹੋਰ ਵਿਚਾਰੀਏ ਤੇ ਆਪਾਂ ਹੁਕਮ ਨੂੰ ਆਰਡਰ ਵੀ ਕਹਿ ਸਕਦੇ ਹਾਂ, ਤੇ ਜੇ ਹੋਰ ਅੱਗੇ ਗਹਿਰਾਈ ਦੇ ਵਿੱਚ ਵਿਚਾਰੀਏ ਤੇ ਕਮਾਂਡਡ ਵੀ ਕਹਿ ਸਕਦਾ ਹੈ, ਕਮਾਂਡ ਦੇਣੀ। ਪਰ ਗੁਰੂ ਪਾਤਸ਼ਾਹ ਕਹਿੰਦੇ ਵੀ ਹੁਕਮ ਸਾਰੀ ਧਰਤੀ ਦੇ ਉੱਤੇ, ਸਾਰੀ ਸ੍ਰਿਸ਼ਟੀ ਉੱਤੇ ਵਰਤ ਰਿਹਾ। ਸਾਡੇ ਵਰਗੇ ਜਿਹੜੇ ਜੀਵ ਨੇ ਨਾ ਦੁੱਖ ਪਤਾ ਕਿਉਂ ਪ੍ਰਾਪਤ ਕਰਦੇ ਆ, ਉਹਨਾਂ ਨੂੰ ਦੁੱਖ ਕਿਉਂ ਹੁੰਦੇ ਆ? ਕਿਉਂਕਿ ਉਹ ਪਰਮਾਤਮਾ ਦੇ ਹੁਕਮ ਨੂੰ ਸਮਝ ਹੀ ਨਹੀਂ ਪਾਉਂਦੇ। ਹੁਣ ਆਪਾਂ ਅੱਜ ਦੇ ਦੀਵਾਨ ਦੇ ਵਿੱਚ ਹੁਕਮ ਦੀ ਹੀ ਗੱਲ ਕਰ ਰਹੇ ਹਾਂ ਵੀ ਹੁਕਮ ਕਹਿੰਦੇ ਕਿਹਨੂੰ ਆ। ਪਹਿਲਾਂ ਆਪਾਂ ਬਾਬਾ ਜੀ ਦੀ ਬਾਣੀ ਦੇ ਵਿੱਚੋਂ ਕੁਝ ਕੁ ਝਾਤੀ ਮਾਰਦੇ ਹਾਂ, ਫਿਰ ਆਪਾਂ ਹੁਕਮ ਦੀ ਜਿਹੜੀ ਸੰਖੇਪ ਵਿਚਾਰ ਹੈ ਉਹਦੇ ਉੱਤੇ ਆਪਾਂ ਝਾਤੀ ਮਾਰਦੇ ਹਾਂ। ਸਤਿਗੁਰੂ ਨੇ ਬਾਣੀ ਦੇ ਵਿੱਚ ਹੁਕਮ ਦੀ ਗੱਲ ਕਰਦੇ ਹੋਏ ਇਹ ਗੱਲ ਆਖੀ ਹੈ, ਜਿਵੇਂ ਆਪਾਂ ਜਪਜੀ ਸਾਹਿਬ ਦੀ ਗੱਲ ਕਰਦੇ ਹਾਂ ਨਾ ਜੀ, ਜਦੋਂ ਅਸੀਂ ਜਪਜੀ ਸਾਹਿਬ ਦੀ ਪੌੜੀ ਪੜ੍ਹਦੇ ਹਾਂ ਜਿੱਥੇ ਪਾਤਸ਼ਾਹ ਕਹਿੰਦੇ ਆ ਵੀ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਭਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਮਨੁੱਖ ਨੇ ਸਚਿਆਰਾ ਕਿਵੇਂ ਹੋਣਾ ਹੈ ਤੇ ਕਿਵੇਂ ਸਾਡੇ ਔਰ ਪਰਮਾਤਮਾ ਦੇ ਦਰਮਿਆਨ ਈਗੋ ਦੀ, ਹਉਮੈ ਦੀ ਕੰਧ ਨੇ ਕਿੱਦਾਂ ਟੁੱਟਣਾ ਹੈ। ਪਾਲ ਦਾ ਅਰਥ ਹੁੰਦਾ ਕੰਧ। ਤੇ ਨਾਲ ਇਹ ਗੱਲ ਕਹਿ ਦਿੱਤੀ ਵੀ ਜਿਹੜਾ ਇਨਸਾਨ ਰੱਬ ਜੀ ਦੇ ਹੁਕਮ ਦੇ ਵਿੱਚ ਚੱਲਦਾ ਹੈ, ਰਜ਼ਾ ਦੇ ਵਿੱਚ ਚੱਲਦਾ ਹੈ, ਉਹਨੂੰ ਇਸ ਗੱਲ ਦੀ ਸਮਝ ਆ ਜਾਂਦੀ ਹੈ ਵੀ ਸਾਡੇ ਔਰ ਪਰਮਾਤਮਾ ਦੇ ਦਰਮਿਆਨ ਜਿਹੜੀ ਪਈ ਹਉਮੈ ਦੀ ਕੰਧ ਹੈ ਉਹਨੂੰ ਕਿਵੇਂ ਤੋੜਨਾ ਹੈ। ਹੁਕਮ ਤੋੜਦਾ ਉਸ ਕੰਧ ਨੂੰ। ਘਰ ਦੇ ਵਿੱਚ ਦੋ ਭਰਾ ਹੋਣ ਨਾ, ਉੱਥੇ ਲੜਾਈ ਅਸਲ ਦੇ ਵਿੱਚ ਸਾਰੀ ਹਉਮੈ ਦੀ ਹੈ। ਉੱਥੇ ਆਪਾਂ ਇਹ ਨਹੀਂ ਕਹਿ ਸਕਦੇ ਵੀ ਦੋ ਭਰਾ ਆਪਸ ਦੇ ਵਿੱਚ ਲੜ ਰਹੇ ਆ। ਉਹਦੇ ਪਿੱਛੇ ਜਦੋਂ ਗਹਿਰਾਈ ਦੇ ਵਿੱਚ ਜਾਓਗੇ ਨਾ, ਤੇ ਗਹਿਰਾਈ ਉਹਦੀ ਜੜਤਾ ਜਿਹੜੀ ਆ ਉਹ ਇਸ ਗੱਲ ਤੇ ਆਉਂਦੀ ਆ ਵੀ ਇੱਕ ਦੂਜੇ ਦੇ ਵਿੱਚ ਈਗੋ ਹੈ। ਛੋਟਾ ਭਰਾ ਦੱਸ ਰਿਹਾ ਵੀ ਮੈਂ ਸਭ ਤੋਂ ਬੁੱਧੀਮਾਨ ਆ, ਜੋ ਮੈਂ ਕਹਿਣਾ ਉਹ ਸਹੀ ਕਹਿਣਾ, ਤੇ ਵੱਡਾ ਕਹਿੰਦਾ ਵੀ ਮੈਂ ਵੱਡਾ ਵਾਂ ਤੇ ਜੋ ਮੈਂ ਕਹਿਣਾ ਵਾਂ ਉਹ ਸੱਚ ਹੈ। ਇਹ ਦੋਨੋਂ ਗੱਲਾਂ ਜਦੋਂ ਆਪਸ ਦੇ ਵਿੱਚ ਟਕਰਾਉਂਦੀਆਂ ਨੇ ਤੇ ਉਹ ਫਿਰ ਫਿਜ਼ੀਕਲ ਤੌਰ ਤੇ ਆਉਂਦੀਆਂ ਨੇ, ਤੇ ਫਿਜ਼ੀਕਲ ਤੌਰ ਦੇ ਉੱਤੇ ਲੜਾਈ ਝਗੜੇ ਆਉਂਦੇ ਆ। ਪਰ ਵਿੱਚ ਗੱਲ ਬੁਨਿਆਦ ਕੀ ਸੀ? ਹਉਮੈ, ਹੰਕਾਰ। ਔਰ ਇਸੇ ਕਰਕੇ ਗੁਰੂ ਸਾਹਿਬ ਕਹਿੰਦੇ ਜਦੋਂ ਹੰਕਾਰ ਟੁੱਟ ਜਾਏ ਤੇ ਫਿਰ ਪਰਮਾਤਮਾ ਜੀ ਔਰ ਮੇਰੇ ਦਰਮਿਆਨ ਜਿਹੜੀ ਹਉਮੈ ਦੀ ਕੰਧ ਹੈ ਉਹ ਵੀ ਟੁੱਟ ਸਕਦੀ ਹੈ। ਹਉਮੈ ਨੂੰ ਦੂਰ ਕਰੀਏ ਅਸੀਂ। ਉਸ ਤੋਂ ਬਾਅਦ ਜਿਹੜੀ ਅਗਲੀ ਪੌੜੀ ਉਹਦੇ ਵਿੱਚ ਪੂਰੀ ਜਿਹੜੀ ਗੱਲ ਹੈ, ਗੁਰੂ ਨਾਨਕ ਸਾਹਿਬ ਨੇ ਹੁਕਮ ਦੀ ਗੱਲ ਕੀਤੀ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ। ਆਕਾਰ ਦਾ ਅਰਥ ਹੁੰਦਾ ਵੀ ਉਤਪਤੀ, ਕ੍ਰੀਏਟਰ ਕਹਿ ਲਓ, ਵੀ ਹਰ ਇੱਕ ਚੀਜ਼ ਨੂੰ ਬਣਾਉਣਾ। ਪਰਮਾਤਮਾ ਜੀ ਨੇ ਹੁਕਮ ਦੇ ਨਾਲ ਸਾਰੇ ਸੰਸਾਰ ਨੂੰ ਬਣਾਇਆ ਹੈ।
ਤੇ ਨਾਲੇ ਵੀ ਕਹਿ ਦਿੱਤਾ ਵੀ ਹੁਕਮ ਨਾ ਕਹਿਆ ਜਾਈ, ਪਰ ਬਣਾਉਣ ਵਾਲੇ ਪਰਮਾਤਮਾ ਨੇ ਹੁਕਮ ਦੇ ਨਾਲ ਬਣਾ ਦਿੱਤਾ, ਪਰ ਇਹ ਇਨਸਾਨ ਤੂੰ ਰੱਬ ਜੀ ਨੂੰ ਛੱਡ, ਤੂੰ ਉਹਦੇ ਹੁਕਮ ਦੇ ਬਾਰੇ ਵੀ ਬਿਆਨ ਨਹੀਂ ਕਰ ਸਕਦਾ। ਨਾਲ ਗੁਰੂ ਨਾਨਕ ਸਾਹਿਬ ਇਹ ਵੀ ਗੱਲ ਕਹਿੰਦੇ ਆ, ਕੱਲੀ ਇਹ ਨਹੀਂ ਗੱਲ ਕਹੀ ਵੀ ਰੱਬ ਜੀ ਦੇ ਬਾਰੇ ਬਿਆਨ ਨਹੀਂ ਕੀਤਾ ਜਾ ਸਕਦਾ, ਉਹਦੇ ਤੇ ਹੁਕਮ ਦੇ ਬਾਰੇ ਵੀ ਬਿਆਨ ਨਹੀਂ ਕੀਤਾ ਜਾ ਸਕਦਾ। ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ, ਹੁਕਮ ਮਿਲੈ ਵਡਿਆਈ। ਨਾਲੇ ਵੀ ਕਹਿ ਦਿੱਤਾ ਵੀ ਹੁਕਮ ਦੇ ਨਾਲ ਸਾਰੇ ਜੀਵ ਪੈਦਾ ਹੁੰਦੇ ਆ ਤੇ ਹੁਕਮ ਦੇ ਕਰਕੇ ਹੀ ਜੀਵ ਨੂੰ ਵਡਿਆਈ ਮਿਲਦੀ ਹੈ। ਜੇ ਹੁਕਮ ਮੰਨਾਂਗੇ ਤੇ ਸ਼ੋਭਾ ਸਾਡੀ ਹੈ ਨਾ ਇਹਦੇ ਵਿੱਚ। ਗੱਲ ਸਿੱਧੀ ਜਿਹੀ ਗੱਲ ਹੈ ਸਾਧ ਸੰਗਤ, ਟ੍ਰੈਫਿਕ ਹੈ ਨਾ, ਅਸੀਂ ਸਾਰੇ ਜਾਣੇ ਰੋਜ਼ਾਨਾ ਸਫ਼ਰ ਕਰਦੇ ਹਾਂ, ਸਾਨੂੰ ਸਾਰਿਆਂ ਨੂੰ ਪਤਾ ਵੀ ਜੇ ਹੈਲਮਟ ਨਹੀਂ ਪਹਿਨੇ ਆ ਤੇ ਉਹਦਾ ਚਲਾਨ ਹੀ ਹੈ। ਤੇ ਨਾਲ ਇਹ ਵੀ ਗੱਲ ਹੈ ਜੇ ਪਹਿਨੋਗੇ ਇਹਦੇ ਵਿੱਚ ਸੇਫਟੀ ਸਾਡੀ ਹੈ, ਵਡਿਆਈ ਸਾਡੀ ਹੈ। ਪਰ ਇਹ ਦੋਨੋਂ ਚੀਜ਼ਾਂ ਪਰਮਾਤਮਾ ਦੇ ਦਰ ਦੇ ਉੱਤੇ ਵੀ ਨੇ, ਵੀ ਜੇ ਹੁਕਮ ਦੇ ਵਿੱਚ ਚੱਲੋਗੇ ਤਾਂ ਵੀ ਸੁੱਖ ਪਾਓਗੇ, ਜੇ ਹੁਕਮ ਦੇ ਵਿੱਚ ਨਹੀਂ ਚੱਲੋਗੇ ਤੇ ਦੁੱਖ ਹੀ ਹੈ। ਦੋਨੋਂ ਚੀਜ਼ਾਂ ਨਾਲ ਹੀ ਨੇ। ਇਹਨੂੰ ਹੋਰ ਸਿੰਪਲ ਸਮਝਣਾ ਹੋਵੇ ਨਾ, ਆਪਾਂ ਦੁਨਿਆਵੀ ਤੌਰ ਤੇ ਸਕੂਲ ਦੇ ਵਿੱਚ ਜਦੋਂ ਵੀ ਬੱਚਾ ਪੜ੍ਹਦਾ ਹੈ, ਹਾਲਾਂਕਿ ਟੀਚਰ ਦੀ ਨਿਗਾਹ ਦੇ ਵਿੱਚ ਸਾਰੇ ਬੱਚੇ ਬਰਾਬਰ ਨੇ, ਪਰ ਟੀਚਰ ਦੀ ਨਿਗਾਹ ਦੇ ਵਿੱਚ ਇੱਜ਼ਤ ਮਾਣ ਉਹੀ ਬੱਚਾ ਪਾਉਂਦਾ ਹੈ ਜਿਹੜਾ ਬੱਚਾ ਸਕੂਲ ਦਾ ਪੂਰਾ ਕੰਮ ਕੰਪਲੀਟ ਕਰਦਾ ਤੇ ਜਿਹੜਾ ਸਕੂਲ ਦਾ ਡਿਸਪਲਿਨ ਹੈ ਉਹਨੂੰ ਐਕਸੈਪਟ ਕਰਦਾ ਹੈ, ਉਹਦੇ ਅਨੁਸਾਰ ਚੱਲਦਾ ਹੈ। ਜਿਹੜਾ ਨਹੀਂ ਚੱਲਦਾ, ਤੇ ਨਾਲ ਇਹ ਗੱਲ ਹੈ ਨਾ ਵੀ ਟੀਚਰ ਦੀ ਨਿਗਾਹ ਦੇ ਵਿੱਚ ਇੱਕ ਤੇ ਉਹ ਬੇਪਤ ਹੁੰਦਾ ਰਹਿੰਦਾ ਹੈ, ਉਹਦੀ ਇੱਜ਼ਤ ਨਹੀਂ ਬਣਦੀ ਟੀਚਰ ਦੀ ਨਿਗਾਹ ਦੇ ਵਿੱਚ, ਤੇ ਫਿਰ ਇੱਜ਼ਤ ਨਾ ਬਣਦੇ ਕਰਕੇ ਫਿਰ ਪੇਪਰਾਂ ਦੇ ਵਿੱਚ ਸਹੀ ਤਰੀਕੇ ਦੇ ਨਾਲ ਸਫਲ ਨਹੀਂ ਹੋ ਪਾਉਂਦਾ। ਤਾਂ ਹੁਕਮ ਤੇ ਹੁਕਮ ਹੈ। ਤੇ ਸਤਿਗੁਰੂ ਕਹਿੰਦੇ ਵੀ ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁਖ ਪਾਈਐ। ਇਹਦਾ ਅਰਥ ਹੈ ਵੀ ਵਾਹਿਗੁਰੂ ਜੀ ਤੁਹਾਡੇ ਹੁਕਮ ਦੇ ਨਾਲ ਹੀ ਜੀਵ ਉੱਚੇ ਹੋ ਜਾਂਦੇ ਆ ਤੇ ਤੁਹਾਡੇ ਹੁਕਮ ਦੇ ਨਾਲ ਹੀ ਨੀਵੇਂ ਹੋ ਜਾਂਦੇ ਆ, ਤੇ ਹੁਕਮ ਦੇ ਕਰਕੇ ਹੀ ਜੀਵ ਦੁੱਖ ਪ੍ਰਾਪਤ ਕਰਦੇ ਆ। ਤੇ ਨਾਲ ਕਹਿ ਦਿੱਤਾ ਕਿ ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਾਹੇ ਨਾ ਕੋਈ। ਪਹਿਲਾ ਸਵਾਲ ਸੀ, ਇੱਥੇ ਆਨਸਰ ਵੀ ਦੇ ਦਿੱਤਾ। ਉੱਥੇ ਕਹਿੰਦੇ ਵੀ ਕਿੱਦਾਂ ਕੂੜ ਵਾਲੀ ਕੰਧ, ਹੰਕਾਰ ਵਾਲੀ ਕੰਧ ਕਿੱਦਾਂ ਟੁੱਟਣੀ ਹੈ, ਤੇ ਗੁਰੂ ਸਾਹਿਬ ਕਹਿੰਦੇ ਜਿਹੜੇ ਹੁਕਮ ਨੂੰ ਸਮਝ ਗਏ ਨਾ ਉਹਨਾਂ ਦੇ ਜੀਵਨ ਦੇ ਵਿੱਚੋਂ ਫਿਰ ਇਹ ਕੰਧ ਵੀ ਟੁੱਟ ਜਾਂਦੀ ਹੈ। ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹੇ ਨਾ ਕੋਈ, ਫਿਰ ਹਉਮੈ ਤੇ ਰਹੀ ਕੋਈ ਨਹੀਂ। ਫਿਰ ਆਪਾਂ ਜਦੋਂ ਬਾਣੀ ਦੇ ਵਿੱਚ ਅੱਗੇ ਜਾ ਕੇ ਪੌੜੀ ਨੂੰ ਵਿਚਾਰ ਕਰਦੇ ਹਾਂ, ਹਾਲਾਂਕਿ ਜਪਜੀ ਸਾਹਿਬ ਪੂਰਾ ਸਟੈਪ ਬਾਈ ਸਟੈਪ ਹੈ। ਇੱਕ ਜਗ੍ਹਾ ਦੇ ਉੱਤੇ ਸਤਿਗੁਰੂ ਕਹਿੰਦੇ ਆ ਕਿ ਹੁਕਮੀ ਹੁਕਮ ਚਲਾਏ, ਰਾਹ ਨਾਨਕ ਬਿਗਸੈ ਬੇਪਰਵਾਹ। ਵੀ ਵਾਹਿਗੁਰੂ ਨੇ ਰਾਹ ਦੇ ਦਿੱਤਾ, ਤੇ ਰਾਹ ਕਿਹੜਾ ਹੈ ਜੀ? ਹੁਕਮ ਵਾਲਾ। ਜਿਹੜੇ ਉਹਦੇ ਤੇ ਚੱਲ ਕੇ ਜਿਹੜੇ ਉਸ ਚੀਜ਼ ਨੂੰ ਮੰਨਦੇ ਆ, ਹੁਕਮ ਨੂੰ ਮੰਨਦੇ ਆ, ਤੇ ਸਤਿਗੁਰੂ ਕਹਿੰਦੇ ਉਹ ਬਿਗਸੇ ਰਹਿੰਦੇ ਆ, ਖੁਸ਼ ਰਹਿੰਦੇ ਆ, ਤੇ ਪ੍ਰਮਾਤਮਾ ਵੀ ਖੁਸ਼ ਰਹਿੰਦਾ ਹੈ ਕਿਉਂਕਿ ਉਹ ਬੇਪਰਵਾਹ ਹੈ। ਨਾਲੇ ਚੇਤੇ ਰੱਖਿਓ ਵੀ ਕਈ ਵਾਰ ਅਸੀਂ ਕਹਿੰਦੇ ਨਾ ਸਮਾਜ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਜਿਹੜਾ ਬੇਪਰਵਾਹ ਹੈ ਵੀ ਇਹ ਅਸਲ ਦੇ ਵਿੱਚ ਅਵਗੁਣ ਹੈ। ਕਈ ਵਾਰ ਅਸੀਂ ਕਹਿੰਦੇ ਫਲਾਣਾ ਬੰਦਾ ਬੜਾ ਬੇਪਰਵਾਹ ਹੈ, ਪਰ ਨਹੀਂ, ਸਤਿਗੁਰੂ ਕਹਿੰਦੇ ਬੇਪਰਵਾਹ ਅਵਗੁਣ ਨਹੀਂ ਆ, ਬੇਪਰਵਾਹ ਗੁਣ ਹੈ, ਆਪਣੇ ਰਸਤੇ ਤੇ ਚੱਲ ਰਿਹਾ। ਤੋਂ ਨਾਲ ਹੀ ਜਦੋਂ ਆਪਾਂ ਗੱਲ ਕਰਦੇ ਹਾਂ ਇੱਕ ਪੌੜੀ ਦੇ ਵਿੱਚ ਜਿੱਥੇ ਸਤਿਗੁਰੂ ਕਹਿੰਦੇ ਆ ਸਾਚਾ ਸਾਹਿਬ ਸੱਚ ਨਾਏ, ਮੈਂ ਇਸ ਕਰਕੇ ਇਹ ਵਿਆਖਿਆ ਵਿੱਚੋਂ ਲੈ ਰਿਹਾ ਵੀ ਜਪਜੀ ਸਾਹਿਬ ਦਾ ਪਾਠ ਸਾਰਿਆਂ ਨੇ ਤਕਰੀਬਨ ਕੀਤਾ ਹੀ ਹੈ, ਤੇ ਸਾਰਿਆਂ ਨੂੰ ਪਾਠ ਯਾਦ ਵੀ ਹੋਏਗਾ, ਤੇ ਸਮਝਣ ਦਾ ਜਿਹੜਾ ਨਜ਼ਰੀਆ ਹੈ, ਤਰੀਕਾ ਹੈ, ਸਾਡੇ ਲਈ ਹੋਰ ਵੀ ਸੌਖਾ ਹੋ ਸਕਦਾ ਹੈ। ਹਾਲਾਂਕਿ ਮੈਂ ਇਹਦੇ ਉੱਤੇ ਹੋਰ ਵੀ ਗੱਲਬਾਤ ਕਰਨੀ ਹੈ, ਪਰ ਪਹਿਲਾਂ ਮੈਂ ਸੋਚ ਰਿਹਾ ਵੀ ਬਾਣੀ ਦੇ ਵਿੱਚੋਂ ਕੁਝ ਪ੍ਰਮਾਣ ਲੈ ਕੇ ਅਸੀਂ ਗੱਲ ਕਰੀਏ, ਤੇ ਫਿਰ ਹੁਕਮ ਜਿਹੜਾ ਹੈ ਉਹਨੂੰ ਸਮਝਣ ਦਾ ਬੜਾ ਸੌਖਾ ਜਿਹਾ ਢੰਗ ਹੈ। ਸਾਚਾ ਸਾਹਿਬ ਸਾਚ ਨਾਏ, ਨਾਏ ਦਾ ਅਰਥ ਵਡਿਆਈ ਵੀ ਹੁੰਦਾ ਹੈ ਤੇ ਨਾਏ ਦਾ ਅਰਥ ਹੁਕਮ ਵੀ ਹੁੰਦਾ ਹੈ, ਵੀ ਅਕਾਲ ਪੁਰਖ ਸੱਚਾ ਹੈ ਤੇ ਉਹਦਾ ਹੁਕਮ ਵੀ ਸੱਚਾ ਹੈ। ਉਸ ਤੋਂ ਬਾਅਦ ਅਸੀਂ ਅੱਗੇ ਗੱਲ ਕਰਦੇ ਹਾਂ, ਤੇ ਸਤਿਗੁਰੂ ਇੱਕ ਜਗ੍ਹਾ ਤੇ ਵੀ ਕਹਿੰਦੇ ਆ ਕਿ ਕਹੋ ਨਾਨਕ ਜਿਨ ਹੁਕਮ ਪਛਾਤਾ ਪ੍ਰਭ ਸਾਹਿਬ ਕਾ ਤਿਨ ਭੇਦ ਜਾਤਾ। ਜਿਨ੍ਹਾਂ ਨੇ ਹੁਕਮ ਨੂੰ ਪਹਿਚਾਣ ਲਿਆ ਉਹ ਅਸਲ ਦੇ ਵਿੱਚ ਪ੍ਰਭੂ ਦੇ ਨੇੜੇ ਪਹੁੰਚ ਜਾਂਦੇ ਆ। ਇਹ ਸ਼ਬਦ ਉਹ ਹੈ ਜੀ, ਕੋਈ ਬੋਲੇ ਰਾਮ ਰਾਮ, ਕੋਈ ਖੁਦਾ ਹੈ, ਕੋਈ ਸੇਵੈ ਗੁਸਾਈਆਂ, ਕੋਈ ਅੱਲਾਹ ਹੈ, ਕਰਨ ਕਾਰਨ ਕਰੀਮ, ਕਿਰਪਾ ਧਰ ਰਹੀਮ। ਉਹ ਪੂਰਾ ਸ਼ਬਦ ਦੀ ਅਖੀਰਲੀ ਜਿਹੜੀ ਮਤਲਬ ਤੁਕ ਹੈ ਉਹ ਇਹ ਹੈ ਕਿ ਕਹੋ ਨਾਨਕ ਜਿਨ ਹੁਕਮ ਪਛਾਤਾ, ਜਿਹਨੇ ਹੁਕਮ ਨੂੰ ਸਮਝ ਲਿਆ। ਸਤਿਗੁਰੂ ਕਹਿੰਦੇ ਪ੍ਰਭ ਸਾਹਿਬ ਕਾ ਤਿਨ ਭੇਦ ਜਾਤਾ, ਉਹ ਪ੍ਰਭੂ ਦੇ ਔਰ ਸਾਹਿਬ ਦੇ ਭੇਦ ਨੂੰ ਹੀ ਸਮਝ ਗਏ।
ਹੁਣ ਭਾਵੇਂ ਕਿ ਕੋਈ ਮੰਦਿਰ ਦੇ ਵਿੱਚ ਬੈਠ ਕੇ ਰਾਮ ਕਹਿ ਰਿਹਾ ਤੇ ਭਾਵੇਂ ਕੋਈ ਮਸਜਿਦ ਦੇ ਵਿੱਚ ਬੈਠ ਕੇ ਅੱਲਾ ਅੱਲਾ ਕਹਿ ਰਿਹਾ, ਯਾਦ ਤੇ ਅਸੀਂ ਸਾਰੇ ਰੱਬ ਜੀ ਨੂੰ ਹੀ ਕਰ ਰਹੇ ਹਾਂ ਨਾ। ਤਰੀਕੇ ਸਾਰਿਆਂ ਦੇ ਵੱਖੋ ਵੱਖਰੇ ਨੇ। ਕੋਈ ਭਗਵਾ ਪਹਿਨ ਕੇ ਯਾਦ ਕਰ ਰਿਹਾ ਤੇ ਕੋਈ ਕਹਿ ਲਓ ਵੀ ਸਿਰ ਦੇ ਉੱਤੇ ਟੋਪੀ ਰੱਖ ਕੇ ਮੁਸੱਲਾ ਵਿਛਾ ਕੇ ਯਾਦ ਕਰ ਰਿਹਾ, ਤੇ ਕੋਈ ਗੁਰਬਾਣੀ ਪਾਠ ਕਰਕੇ ਯਾਦ ਕਰ ਰਿਹਾ। ਤਰੀਕੇ ਸਾਰਿਆਂ ਦੇ ਵੱਖੋ ਵੱਖਰੇ ਨੇ, ਪਰ ਪਹੁੰਚਣਾ ਸੀ ਇੱਕ ਜਗ੍ਹਾ ਦੇ ਉੱਤੇ ਹੀ ਹੈ। ਰਸਤੇ ਸਾਰਿਆਂ ਦੀ ਵੱਖਰੀ ਨੇ। ਸਿੰਪਲ ਜੀ ਗੱਲ ਹੈ ਵੀ ਅਹਿਮਦਗੜ੍ਹ ਮੰਡੀ ਨੂੰ ਮੈਂ ਗੁਰੂ ਘਰ ਦੇ ਵਿੱਚ ਜਾਣਾ ਹੋਵੇ, ਇੱਕ ਬੰਦਾ ਲੈਫਟ ਸਾਈਡ ਤੋਂ ਆ ਰਿਹਾ ਤੇ ਇੱਕ ਰਾਈਟ ਸਾਈਡ ਦੇ ਵਿੱਚੋਂ ਆ ਰਿਹਾ, ਤੇ ਦੋਨਾਂ ਨੇ ਆਪਣੀ ਆਪਣੀ ਮੰਜ਼ਿਲ ਤੇ ਪਹੁੰਚ ਜਾਣਾ ਹੈ, ਪਰ ਵਿੱਚ ਰਾਹ ਜਿਹੜਾ ਹੈ ਉਹ ਸੱਚ ਦਾ ਹੈ, ਤੇ ਧਰਮ ਸਾਨੂੰ ਸੱਚ ਹੀ ਸਿਖਾਉਂਦਾ ਹੈ। ਤੇ ਜਿਹੜਾ ਸੱਚ ਹੀ ਨਾ ਸਿਖਾਵੇ ਤੇ ਉਹਨੂੰ ਆਪਾਂ ਧਰਮ ਨਹੀਂ ਕਹਿ ਸਕਦੇ। ਤੋ ਇਸ ਕਰਕੇ ਹੁਣ ਆਪਾਂ ਹੁਕਮ ਨੂੰ ਥੋੜਾ ਜਿਹਾ ਹੋਰ ਡਿਟੇਲ ਦੇ ਵਿੱਚ ਸਮਝਦੇ ਹਾਂ। ਮੈਂ ਇੱਕ ਐਗਜ਼ਾਮਪਲ ਆਪ ਸੰਗਤ ਦੇ ਸਾਹਮਣੇ ਸਾਂਝੀ ਕਰਦਾ। ਕਹਿ ਲਓ ਵੀ ਅਸੀਂ ਕਿਸੇ ਖੂਹ ਦੇ ਵਿੱਚ ਛਾਲ ਮਾਰਨੀ ਹੋਵੇ ਨਾ, ਇਹ ਸਿੰਪਲ ਹੈ, ਇੱਕ ਉਦਾਹਰਣ ਹੈ ਜੀ, ਐਗਜ਼ਾਮਪਲ ਹੈ, ਇਹਨੂੰ ਸਮਝਿਓ, ਇਹਨੂੰ ਦੂਸਰੇ ਪਾਸੇ ਨਾ ਲੈ ਕੇ ਜਾਈਏ। ਅਸੀਂ ਕੋਈ ਬੰਦਾ ਕਹਿ ਲਓ ਵੀ ਉਹਨੇ ਖੂਹ ਦੇ ਵਿੱਚ ਛਾਲ ਮਾਰਨੀ ਹੋਵੇ, ਇਹ ਉਹਦੀ ਆਜ਼ਾਦੀ ਹੈ, ਫਰੀਡਮ ਹੈ, ਉਹਦੀ ਇੰਡੀਪੈਂਡੈਂਸ ਹੈ, ਉਹ ਵੀ ਛਾਲ ਮਾਰ ਸਕਦਾ, ਉਹਦੀ ਮਰਜ਼ੀ ਆ, ਨਹੀਂ ਵੀ ਮਾਰ ਸਕਦਾ। ਪਰ ਉਸ ਤੋਂ ਬਾਅਦ ਜਦੋਂ ਉਹਨੇ ਛਾਲ ਮਾਰ ਦਿੱਤੀ, ਅੱਗੇ ਉਹਦਾ ਕੁਝ ਹੱਡੀ ਵਗੈਰਾ ਟੁੱਟੀ ਜਾਂ ਸਰੀਰ ਦਾ ਕੋਈ ਢਾਂਚਾ ਟੁੱਟਿਆ ਜਾਂ ਉਹ ਬਚ ਗਿਆ, ਇਹ ਸਾਰਾ ਹੁਕਮ ਦੇ ਵਿੱਚ ਆ ਜਾਂਦਾ ਹੈ। ਇਹਨੂੰ ਇਸ ਤਰੀਕੇ ਦੇ ਨਾਲ ਸਮਝ ਲਓ। ਮੈਂ ਕਿਸੇ ਜਗ੍ਹਾ ਤੋਂ ਛਾਲ ਮਾਰਾਂਗਾ, ਇਹ ਮੇਰੀ ਆਜ਼ਾਦੀ ਹੈ, ਪਰ ਅੱਗੇ ਕੁਝ ਟੁੱਟਣਾ ਹੈ ਜਾਂ ਬਚਾਅ ਹੋਣਾ, ਇਹ ਹੁਕਮ ਦੇ ਵਿੱਚ ਹੈ। ਹੋਰ ਇਹਨੂੰ ਸੌਖੇ ਢੰਗ ਦੇ ਨਾਲ ਸਮਝਣਾ ਹੋਵੇ ਨਾ, ਆਪਾਂ ਇੱਕ ਇਹ ਐਗਜ਼ਾਮਪਲ ਲੈ ਲਓ ਵੀ ਪੂਰੀ ਜਿਹੜੀ ਕਾਇਨਾਤ ਹੈ, ਪੂਰੀ ਜਿਹੜੀ ਸ੍ਰਿਸ਼ਟੀ ਹੈ, ਉਹ ਹੁਕਮ ਦੇ ਵਿੱਚ ਚੱਲ ਰਹੀ ਹੈ। ਹੁਣ ਭਾਵੇਂ ਸਾਇੰਸ ਨੂੰ ਇਹ ਕਹਿ ਲਓ ਵੀ ਉਹ ਵੀ ਵੈਸੇ ਅਸਲ ਦੇ ਵਿੱਚ ਇੱਕ ਹੁਕਮ ਦੀ ਗੱਲ ਕਰਦੇ ਆ ਵੀ ਇੱਕ ਨਿਯਮ ਦੇ ਵਿੱਚ ਸਾਰੀ ਸ੍ਰਿਸ਼ਟੀ, ਸਾਰੇ ਗ੍ਰਹਿ ਚੱਲ ਰਹੇ ਆ। ਕਿਉਂਕਿ ਵੇਖੋ ਸੌਰ ਮੰਡਲ ਦੇ ਵਿੱਚ 8 ਗ੍ਰਹਿ ਨੇ। ਵੈਸੇ ਜਦੋਂ ਅਸੀਂ ਪੜ੍ਹਦੇ ਸਾਂ ਉਦੋਂ 9 ਹੁੰਦੇ ਸੀ, ਅੱਜ ਤੇ ਚਲੋ ਉਹਨਾਂ ਨੇ ਪਲੂਟੋ ਨੂੰ ਵਿੱਚੋਂ ਕੱਢ ਦਿੱਤਾ। ਪਰ ਹੁਣ ਸਾਰੇ ਗ੍ਰਹਿਾਂ ਦੀ ਆਪੋ ਆਪਣੀ ਤਰਤੀਬ ਹੈ, ਕਿੰਨੇ ਕਿੰਨੇ ਫਾਸਲੇ ਦੇ ਉੱਤੇ ਆ, ਪਰ ਘੁੰਮ ਸਾਰੇ ਸੂਰਜ ਦੇ ਦੁਆਲੇ ਰਹੇ ਆ। ਪਰ ਵੇਖੋ ਵਾਹਿਗੁਰੂ ਨੇ ਕਿੱਦਾਂ ਦੀ ਰਚਨਾ ਬਣਾਈ ਵੀ ਇੱਕ ਵੀ ਗ੍ਰਹਿ ਇੱਕ ਦੂਜੇ ਦੇ ਨਾਲ ਟਕਰਾ ਨਹੀਂ ਰਿਹਾ, ਤੇ ਜੇ ਟਕਰਾ ਜਾਏ, ਹੁਕਮ ਤੋਂ ਵਾਰੀ ਹੋ ਜਾਏ, ਤੇ ਉਹ ਚੀਜ਼ ਦਾ ਵਿਨਾਸ਼ ਹੈ। ਤੋ ਇਸੇ ਕਰਕੇ ਉਸ ਅਕਾਲ ਪੁਰਖ ਦੇ ਹੁਕਮ ਨੂੰ ਜਦੋਂ ਸਮਝਾਂਗੇ ਵੀ, ਕਿਉਂਕਿ ਸਾਇੰਸ ਵੀ ਇਸ ਗੱਲ ਦੇ ਉੱਤੇ ਕਿਤੇ ਨਾ ਕਿਤੇ, ਮੈਂ ਇਸ ਕਰਕੇ ਅਰਜ਼ ਕਰ ਰਿਹਾ ਜੀ ਕਿਉਂਕਿ ਅੱਜ ਕੱਲ੍ਹ ਅਸੀਂ ਜ਼ਿਆਦਾਤਰ ਚਲੋ ਉਹਨਾਂ ਚੀਜ਼ਾਂ ਨੂੰ, ਸਬਜੈਕਟਾਂ ਨੂੰ ਪੜ੍ਹਦੇ ਹਾਂ, ਪਰ ਉਹਦੇ ਵਿੱਚ ਇਹ ਗੱਲ ਲੈਣੀ ਪਏਗੀ ਨਾ ਵੀ ਉਹ ਵੀ ਕਿਤੇ ਨਾ ਕਿਤੇ ਰੱਬ ਜੀ ਨੂੰ ਮੰਨ ਰਿਹਾ, ਪਰ ਉਹ ਮੰਨਣ ਦਾ ਤਰੀਕਾ ਉਹਨਾਂ ਦਾ ਹੁਕਮ ਦਾ ਹੈ। ਅਸੀਂ ਵਾਹਿਗੁਰੂ ਜੀ ਨੂੰ ਉਹਦੀ ਮਤਲਬ ਸਿਫਤ ਸਲਾਹ ਤੋਂ, ਉਹਦੀ ਕੀਤੀ ਹੋਈ ਵਡਿਆਈ ਤੋਂ, ਜੋ ਉਹਨੇ ਰਚਨਾ ਸਾਜੀ ਆ, ਉਹ ਤੋਂ ਮੰਨਦੇ ਆ ਉਹਨੂੰ। ਫਰਕ ਤਾਂ ਇੰਨਾ ਕੀ ਹੈ ਬਸ। ਪਰ ਇਸ ਕਰਕੇ ਨਾਲ ਅਰਜ਼ ਕਰ ਲਈਏ ਜੀ ਵੀ ਕਿਉਂਕਿ ਹੁਕਮ ਨੂੰ ਸਮਝਾਂਗੇ ਨਾ, ਤੇ ਦੇਖੋ ਸਾਰੇ ਗ੍ਰਹਿ ਹੁਕਮ ਦੇ ਵਿੱਚ ਨੇ ਤੇ ਘੁੰਮ ਰਹੇ ਆ, ਤੇ ਕੋਈ ਵੀ ਇੱਕ ਦੂਜੇ ਵਿੱਚ ਟਕਰਾ ਨਹੀਂ ਰਿਹਾ। ਅਸੀਂ ਵੀ ਹੁਕਮ ਦੇ ਵਿੱਚ ਰਹਾਂਗੇ ਤੇ ਸੁਖੀ ਹੋਵਾਂਗੇ। ਤੇ ਇਸ ਕਰਕੇ ਗੁਰੂ ਸਾਹਿਬ ਕਹਿੰਦੇ ਹੁਕਮ ਦੇ ਕਰਕੇ ਹੀ ਬੰਦੇ ਦੇ ਕੋਲ ਦੁੱਖ ਆਉਂਦੇ ਆ, ਤੇ ਹੁਕਮ ਦੇ ਕਰਕੇ ਹੀ ਸੁੱਖ ਆਉਂਦੇ ਆ। ਕਹਿੰਦੇ ਨਾ ਇੱਕ ਵਾਰ ਕੋਈ ਇਨਸਾਨ, ਆਪਾਂ ਕਹਿੰਦੇ ਨਾ ਵੀ ਤਰਬੂਜ, ਉਹਨੂੰ ਹਿੰਦਵਾਣੀ ਵੀ ਕਹਿੰਦੇ ਆ, ਉਹ ਤਰਬੂਜਾਂ ਦੀ ਖੇਤ ਦੇ ਵਿੱਚ ਜਾ ਕੇ ਖੇਤੀ ਕਰ ਰਿਹਾ, ਤੇ ਦੁਪਹਿਰ ਹੋ ਗਈ। ਦੁਪਹਿਰ ਹੁੰਦੇ ਹੁੰਦੇ ਸੋਚਿਆ ਵੀ ਹੁਣ ਦੁਪਹਿਰ ਹੋ ਗਈ, ਚੱਲ ਏਦਾਂ ਕਰਦੇ ਆ ਵੀ ਕਿਸੇ ਦਰਖਤ ਦੇ ਥੱਲੇ ਬੈਠ ਕੇ ਸੌਂ ਜਾਂਦੇ ਆ, ਘੜੀ ਆਰਾਮ ਕਰ ਲੈਂਦੇ ਆ। ਥੋੜਾ ਸਮਾਂ ਹੋਇਆ ਵੀ ਥੱਕ ਟੁੱਟ ਕੇ ਉਹ ਜਦੋਂ ਗਿਆ, ਉਹਨੇ ਵੇਖਿਆ ਵੀ ਅੰਬ ਦਾ ਦਰਖਤ ਹੈ, ਵੀ ਛਾਂ ਬੜੀ ਸੰਘਣੀ ਹੈ ਇਹਦੀ, ਤੇ ਉਹ ਅੰਬ ਦੇ ਦਰਖਤ ਦੇ ਥੱਲੇ ਬੈਠ ਗਿਆ। ਜਿਵੇਂ ਥੱਲੇ ਬੈਠਿਆ, ਉਹਨੇ ਵੇਖਿਆ ਵੀ ਉੱਪਰ ਨਾ ਛੋਟੇ ਛੋਟੇ ਅੰਬ ਲੱਗੇ ਹੋਏ। ਸਾਨੂੰ ਸਾਰਿਆਂ ਨੂੰ ਪਤਾ ਵੀ ਜਿਹੜਾ ਅੰਬ ਦਾ ਜਿਹੜਾ ਪੇੜ ਹੈ, ਦਰਖਤ ਹੈ, ਬੜਾ ਮਜ਼ਬੂਤ ਹੁੰਦਾ ਹੈ। ਉਹ ਜਦੋਂ ਥੱਲੇ ਪਿਆ ਤੇ ਉਹਦੀ ਨਿਗਾਹ ਜਦੋਂ ਅੰਬਾਂ ਦੇ ਕੋਲ ਪਈ, ਤੇ ਉਹ ਮਨ ਦੇ ਵਿੱਚ ਸੋਚ ਰਿਹਾ ਵੀ ਰੱਬਾ ਵੀ ਤੈਨੂੰ ਮੇਰੇ ਤੋਂ ਅਕਲ ਲੈਣੀ ਚਾਹੀਦੀ ਸੀ। ਉਹਦੇ ਬੋਲ ਇਹ ਸੀ ਸਿੱਧੇ ਜਿਹੇ, ਤੇ ਕਹਿੰਦਾ ਗੱਲ ਇਹ ਹੈ ਵੀ ਜਿਹੜੇ ਛੋਟੇ ਛੋਟੇ ਜਿਹੇ ਫਲ ਨੇ, ਉਹ ਤੇ ਤੂੰ ਐਡੇ ਵੱਡੇ ਮਜ਼ਬੂਤ ਦਰਖਤ ਦੇ ਉੱਤੇ ਲਾਤੇ, ਵੀ ਉਹਦੇ ਉੱਥੇ ਤਾਂ ਮਤਲਬ ਵੀ ਛੋਟੇ ਛੋਟੇ ਜਿਹੇ ਫਲ ਜੇ ਲਾਤੇ ਤੈਂ। ਹੁਣੀ ਮੈਂ ਤਰਬੂਜਾਂ ਦੀ ਖੇਤੀ ਕਰਕੇ ਆਇਆ, ਉਹ ਬਿਲਕੁਲ ਛੋਟੀਆਂ ਛੋਟੀਆਂ ਟਾਹਣੀਆਂ ਜਿਹਨੇ, ਉਹਦੇ ਉੱਤੇ ਐਡਾ ਵੱਡਾ ਭਾਰ ਪਾਤਾ ਵੀ ਤਰਬੂਜ ਹੀ ਬੜਾ ਵੱਡਾ ਹੈ। ਵੀ ਰੱਬਾ ਵੀ ਇਹ ਮਤਲਬ ਥੋੜਾ ਜਿਹਾ ਜੇ ਕਿਤੇ ਤੂੰ ਇਨਸਾਨਾਂ ਤੋਂ ਹੀ ਅਕਲ ਲੈ ਲੈਂਦਾ, ਤੇ ਸ਼ਾਇਦ ਤੂੰ ਏਦਾਂ ਨਾ ਕਰਦਾ। ਸਾਡਾ ਵੀ ਸੁਭਾਅ ਏਦਾਂ ਦਾ ਹੀ ਹੈ ਨਾ ਜੀ, ਵੀ ਅਸੀਂ ਵੀ ਰੱਬ ਜੀ ਨੂੰ ਕਿਤੇ ਨਾ ਕਿਤੇ ਏਦਾਂ ਸਮਝਦੇ ਹਾਂ
ਪਰ ਅਸੀਂ ਨਹੀਂ ਸਮਝ ਪਾਉਂਦੇ ਵੀ ਜੋ ਉਹ ਕਰਨ ਵਾਲਾ ਹੈ, ਜੋ ਉਹਨੇ ਕੀਤਾ ਹੈ, ਉਹ ਬੜੇ ਸਹੀ ਤਰੀਕੇ ਦੇ ਨਾਲ ਕੀਤਾ ਹੈ, ਸ਼ਾਇਦ ਅਸੀਂ ਵੀ ਨਹੀਂ ਕਰ ਪਾਉਂਦੇ। ਤੇ ਉਹ ਥੱਲੇ ਪਿਆ ਤੇ ਮਤਲਬ ਗੱਲ ਸੋਚਦਾ ਸੋਚਦਾ ਉਹਦੀ ਅੱਖ ਲੱਗ ਗਈ, ਥੱਕਿਆ ਹੋਇਆ ਸੀ ਵਿਚਾਰਾ, ਥੱਕਿਆ ਤੇ ਕਹਿੰਦੇ ਉੱਪਰੋਂ ਇੱਕ ਅੰਬ ਹਨੇਰੀ ਕਰਕੇ ਟੁੱਟਿਆ ਤੇ ਉਹਦੇ ਨਾਲ ਸਿਰ ਦੇ ਉੱਤੇ ਵੱਜਿਆ, ਤੇ ਸਿਰ ਤੇ ਜਿਵੇਂ ਵੱਜਿਆ ਉਹਦੀ ਨੀਂਦ ਖੁੱਲ ਗਈ ਤੇ ਉਹਨੇ ਵੇਖਿਆ ਵੀ ਇੱਕ ਅੰਬ ਉੱਪਰੋਂ ਟੁੱਟਿਆ ਤੇ ਮੇਰੇ ਸਿਰ ਦੇ ਵਿੱਚ ਵੱਜਿਆ, ਤੇ ਵੈਸੇ ਤੇ ਸੱਟ ਤਾਂ ਲੱਗੀ ਉਹਨੇ ਫਿਰ ਰੱਬ ਦਾ ਸ਼ੁਕਰਾਨਾ ਕੀਤਾ, ਕਹਿੰਦਾ ਰੱਬਾ ਤੇਰਾ ਬੜਾ ਧੰਨਵਾਦ, ਵੀ ਸ਼ੁਕਰ ਹੈ ਤੂੰ ਜਿਹੜੀ ਚੀਜ਼ ਲਗਾਈ, ਜਿੱਥੇ ਵੀ ਲਗਾਈ ਵਧੀਆ ਲਗਾਈ, ਜੇ ਕਿਤੇ ਇਸ ਜਗ੍ਹਾ ਦੇ ਉੱਤੇ ਕਿਤੇ ਤਰਬੂਜ ਲਗਾਇਆ ਹੁੰਦਾ ਤੇ ਸ਼ਾਇਦ ਮੇਰਾ ਸਿਰ ਵੀ ਪਾੜ ਸਕਦਾ ਸੀ। ਮੈਂ ਤੇ ਮੂਰਖ ਸੀ ਨਾ, ਵੀ ਮੈਂ ਤੁਹਾਡੇ ਤੇ ਸਵਾਲ ਕਰਦਾ ਸੀ ਵੀ ਵੱਡਾ ਸਾਰਾ ਪੇੜ ਹੈ ਤੇ ਉਹਦੇ ਉੱਤੇ ਤੂੰ ਛੋਟੇ ਛੋਟੇ ਫਲ ਲਗਾਏ ਆ, ਤੇ ਇੱਕ ਛੋਟੀਆਂ ਛੋਟੀਆਂ ਟਾਹਣੀਆਂ ਨੇ ਉੱਥੇ ਤੂੰ ਹਿੰਦਵਾਣੇ ਲਗਾਏ ਆ, ਤਰਬੂਜ ਲਗਾਏ ਆ। ਤੋ ਇਸ ਤਰੀਕੇ ਦੇ ਨਾਲ ਵੀ ਅਸੀਂ ਹੁਕਮ ਨੂੰ ਸਮਝ ਸਕਦੇ ਹਾਂ ਵੀ ਪ੍ਰਮਾਤਮਾ ਨੇ ਜੋ ਕੀਤਾ ਹੈ ਭਾਈ ਵਧੀਆ ਕੀਤਾ ਹੈ। ਜੇ ਇਹ ਤੋਂ ਉਲਟ ਅਸੀਂ ਆਪਣਾ ਦਿਮਾਗ ਚਲਾਉਣਾ ਸ਼ੁਰੂ ਕਰਦੇ ਹਾਂ ਨਾ, ਤੇ ਫਿਰ ਅਸੀਂ ਹਮੇਸ਼ਾ ਦੁੱਖ ਹੀ ਪ੍ਰਾਪਤ ਕਰਦੇ ਹਾਂ। ਇਸ ਕਰਕੇ ਆਪਾਂ ਕਹਿੰਦੇ ਹਾਂ ਵੀ ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਪਲ ਮਾਨੋ, ਹਰ ਹਰ ਕਥਾ ਨਿਰਾਲੀ। ਉਹਦੀ ਕਥਾ ਹੀ ਨਿਰਾਲੀ ਹੈ, ਜੋ ਗੁਰੂ ਕਹਿੰਦਾ ਹੈ ਉਹਨੂੰ ਸੱਚ ਕਰਕੇ ਜਾਣ। ਹੁਣ ਇਹਨੂੰ ਥੋੜਾ ਜਿਹਾ ਹੋਰ ਖੋਲੀਏ ਆਪਾਂ ਹੁਕਮ ਨੂੰ, ਵੀ ਚਲੋ ਇਹ ਤੇ ਸਾਨੂੰ ਸਮਝ ਆ ਗਈ ਵੀ ਹਰ ਇੱਕ ਕਾਇਨਾਤ, ਹਰ ਇੱਕ ਸ੍ਰਿਸ਼ਟੀ, ਹਰ ਇੱਕ ਪੱਤਾ ਪੱਤਾ ਉਹਦੇ ਹੁਕਮ ਦੇ ਵਿੱਚ ਹੈ। ਹੁਕਮ ਤੋਂ ਬਿਨਾਂ ਤੇ ਕੁਝ ਵੀ ਨਹੀਂ ਬਣਾਇਆ ਜਾ ਸਕਦਾ। ਪਰ ਇਹ ਨਾਲ ਚੇਤੇ ਰੱਖਿਓ ਵੀ ਜੋ ਪਰਮਾਤਮਾ ਨੇ ਹੁਕਮ ਦੇ ਵਿੱਚ ਸਾਰੀ ਚੀਜ਼ ਨੂੰ ਬਣਾਇਆ ਹੈ, ਪਰ ਉਹ ਆਪ ਹੁਕਮ ਤੋਂ ਨਿਰਲੇਪ ਹੈ। ਹੁਕਮ ਬਣਾਉਣ ਵਾਲਾ ਉਹ ਹੈ, ਪਰ ਇਸ ਹੁਕਮ ਦੇ ਵਿੱਚ ਅਸੀਂ ਮਨੁੱਖ ਕੀ ਈਵਨ ਇੱਥੋਂ ਤੱਕ ਇੱਕ ਇੱਕ ਪੱਤਾ ਵੀ ਉਹਦੇ ਹੁਕਮ ਦੇ ਵਿੱਚ ਹੈ। ਤੇ ਆਪਾਂ ਕਹਿੰਦੇ ਹਾਂ ਨਾ, ਆਮ ਤੌਰ ਤੇ ਸਾਡਾ ਇੱਕ ਮੁਹਾਵਰਾ ਹੈ ਵੀ ਉਹਦੇ ਹੁਕਮ ਤੋਂ ਬਿਨਾਂ ਤੇ ਪੱਤਾ ਵੀ ਨਹੀਂ ਹਿਲਦਾ, ਇਹ ਤੇ ਉਹ ਮਾਲਕ ਦੀ ਰਜ਼ਾ ਹੈ। ਤੋ ਇਸ ਕਰਕੇ ਇਹ ਸਮਝ ਲੈਣਾ ਚਾਹੀਦਾ ਵੀ ਪਰਮਾਤਮਾ ਨੇ ਹੁਕਮ ਜ਼ਰੂਰ ਬਣਾਇਆ, ਪਰ ਆਪ ਉਹ ਹੁਕਮ ਤੋਂ ਪਰੇ ਹੈ, ਕਿਉਂਕਿ ਨਾ ਤੇ ਉਹ ਜੰਮਦਾ ਹੈ, ਨਾ ਤੇ ਉਹ ਮਰਦਾ ਹੈ, ਨਾ ਉਹਦੇ ਉੱਤੇ ਜਵਾਨੀ ਆਉਂਦੀ ਹੈ, ਨਾ ਬੁਢੇਪਾ ਆਉਂਦਾ, ਉਹ ਤੇ ਹੁਕਮ ਤੋਂ ਹੀ ਪਰੇ ਹੈ। ਇੱਥੇ ਤੇ ਵੱਡੀਆਂ ਵੱਡੀਆਂ ਬਣਾਈਆਂ ਹੋਈਆਂ ਇਮਾਰਤਾਂ 100 ਸਾਲ ਬਾਅਦ ਵੇਖਿਓ ਖੰਡਰ ਬਣ ਗਈਆਂ ਹੋਣਗੀਆਂ। ਆ ਪਿੱਛੇ ਜੇ ਨਾ ਆਪਾਂ ਗੁਰੂ ਘਰ ਦੇ ਪਿੱਛੇ ਜਾਈਏ ਨਾ, ਇੱਥੇ ਇੱਕ ਘਰ ਆਉਂਦਾ ਹੈ, ਸਾਰਿਆਂ ਨੂੰ ਪਤਾ ਹੈ। ਜਦੋਂ ਉਹ ਆਪਾਂ ਪਹਿਲਾਂ ਗੱਲ ਕਰੀਏ ਵੀ ਤਕਰੀਬਨ 30-40 ਸਾਲ ਪਹਿਲਾਂ ਉਹ ਘਰ ਕਿੱਦਾਂ ਦਾ ਹੋਏਗਾ, ਕੋਈ ਉੱਥੇ ਰਹਿੰਦਾ ਹੋਏਗਾ ਤੇ ਘਰ ਦੀ ਸਜਾਵਟ ਕਿੰਨੀ ਸੋਹਣੀ ਹੋਏਗੀ। ਪਰ ਜਿਵੇਂ ਸਮਾਂ ਪਿਆ ਉੱਥੋਂ ਘਰ ਦੇ ਸਾਰੇ ਬਾਹਰ ਚਲੇ ਗਏ, ਜਾਂ ਜੋ ਵੀ ਉੱਥੋਂ ਦੀ ਸਟੋਰੀ ਹੈ ਵੀ ਉੱਥੇ ਹੁਣ ਕੋਈ ਨਹੀਂ ਰਹਿ ਰਿਹਾ, ਤੇ ਹੁਣ ਘਰ ਦੇ ਅੰਦਰ ਹਾਲਤ ਵੇਖ ਲਓ ਤੁਸੀਂ ਕਿੱਦਾਂ ਦਾ ਬਣਾਤਾ। ਤੋ ਇਹ ਚੀਜ਼ ਹੈ ਵੀ ਜਿੱਥੇ ਸਾਡੀ ਬੁੱਧੀ ਖਤਮ ਹੁੰਦੀ ਹੈ, ਉੱਥੇ ਪ੍ਰਮਾਤਮਾ ਜੀ ਦਾ ਹੁਕਮ ਸ਼ੁਰੂ ਹੁੰਦਾ ਹੈ। ਹੁਣ ਸਾਧ ਸੰਗਤ ਹੁਕਮ ਨੂੰ ਸਮਝਣ ਦੇ ਲਈ ਕਿਸੇ ਚੀਜ਼ ਦੀ ਤਾਂ ਲੋੜ ਹੀ ਹੈ ਨਾ, ਵੀ ਸਾਨੂੰ ਏਦਾਂ ਤਾਂ ਸਮਝ ਨਹੀਂ ਆਏਗੀ ਹੁਕਮ ਕੀ ਹੈ। ਤੇ ਗੁਰੂ ਸਾਹਿਬ ਫਿਰ ਇੱਕ ਗੱਲ ਬੜੀ ਪਿਆਰੀ ਆਖਦੇ ਆ, ਕਹਿੰਦੇ ਵੀ ਹੁਕਮ ਨੂੰ ਸਮਝਣ ਦੇ ਲਈ ਤੈਨੂੰ ਸ਼ਬਦ ਦਾ ਅਧਿਐਨ ਕਰਨਾ ਪਵੇਗਾ। ਮੈਂ ਥੋੜਾ ਜਿਹਾ ਨਾ ਇਤਿਹਾਸ ਦੇ ਵਿੱਚ ਇੱਕ ਛੋਟੀ ਜਿਹੀ ਵਾਰਤਾ ਆਪ ਸੰਗਤ ਦੇ ਨਾਲ ਸਾਂਝੀ ਕਰਦਾ, ਕਿਉਂਕਿ ਗੱਲ ਸ਼ਬਦ ਦੀ ਹੈ ਜੀ। ਸ਼ਬਦ ਜਿਹੜਾ ਬਹੁਤ ਵੱਡੀ ਚੀਜ਼ ਹੈ। ਜਿੱਦਣ ਸ਼ਬਦ ਨੂੰ ਸਮਝਾਂਗੇ ਨਾ, ਫਿਰ ਗੱਲ ਹੋਰ ਵੀ ਸੌਖੀ ਸਮਝ ਆ ਜਾਂਦੀ ਹੈ, ਕਿਉਂਕਿ ਕਿਸੇ ਨੂੰ ਸਮਝਾਉਣਾ ਹੋਵੇ ਤੇ ਸ਼ਬਦ ਬੜਾ ਇੱਕ ਸੌਖਾ ਜਿਹਾ ਸੂਖਮ ਜਿਹਾ ਰਸਤਾ ਹੈ ਕਿ ਉਹਦੇ ਨਾਲ ਮਨੁੱਖ ਨੂੰ ਬੜੀ ਛੇਤੀ ਸਮਝਾਇਆ ਜਾ ਸਕਦਾ। ਤੁਸੀਂ ਡੰਡੇ ਨਾਲ ਕਿਸੇ ਨੂੰ ਸਮਝਾਉਣ ਦੀ ਗੱਲ ਕਰੋ ਨਾ, ਬੰਦਾ ਕਈ ਵਾਰ ਨਹੀਂ ਸਮਝਦਾ। 50-50 ਲਗਾ ਲਓ ਵੀ 50% ਬੰਦਾ ਸਮਝ ਲੇਗਾ ਤੇ 50% ਨਹੀਂ ਸਮਝ ਸਕਦਾ। ਉਹ ਪੁਰਾਣੇ ਸਮੇਂ ਸੀ ਵੀ ਜਦੋਂ ਮਾਸਟਰ ਹੁੰਦੇ ਸੀ ਵੀ ਚਲੋ ਡੰਡੇ ਦੇ ਨਾਲ ਮਾਰ ਕੁੱਟ ਕੇ ਪੜ੍ਹਾ ਲੈਂਦੇ ਸੀ, ਸਮਝਾ ਦਿੰਦੇ ਸੀ। ਪਰ ਅੱਜ ਚਲੋ ਉਦਾਂ ਦੇ ਕਹਿ ਲਓ ਵੀ ਇਹੋ ਜਿਹਾ ਜ਼ਮਾਨਾ ਆ ਵੀ ਚਲੋ ਅੱਜ ਕੱਲ੍ਹ ਤੇ ਬੱਚਿਆਂ ਤੇ ਹੱਥ ਵੀ ਨਹੀਂ ਚੁੱਕ ਸਕਦੇ, ਤੇ ਜੇ ਉਹਨਾਂ ਤੇ ਹੱਥ ਚੁੱਕਦੇ ਆ ਤੇ ਹਜੇ ਹੱਥ ਚੁੱਕਿਆ ਨਹੀਂ ਹੁੰਦਾ ਤੇ ਪੇਰੈਂਟਸ ਪਹਿਲਾਂ ਸਕੂਲ ਦੇ ਵਿੱਚ ਆ ਜਾਂਦੇ ਆ ਵੀ ਤੁਸੀਂ ਬੱਚੇ ਦੇ ਉੱਤੇ ਹੱਥ ਕਿਉਂ ਚੁੱਕਿਆ ਸਾਡੇ ਤੇ, ਕਿਉਂਕਿ ਉਹ ਮਾਹੌਲ ਉਦਾਂ ਦਾ ਬਦਲ ਰਿਹਾ ਹੈ। ਮੈਂ ਗੱਲ ਕਰਦਾ ਜੀ, ਜਦੋਂ ਅਸੀਂ ਮਹਾਭਾਰਤ ਦੀ ਗੱਲ ਕਰਦੇ ਹਾਂ ਨਾ, ਉਹਦੇ ਵਿੱਚ ਸ਼੍ਰੀ ਕ੍ਰਿਸ਼ਨ ਜੀ ਦਾ ਇੱਕ ਜਗ੍ਹਾ ਦੇ ਉੱਤੇ ਇਹ ਪ੍ਰਸੰਗ ਚੱਲਦਾ ਹੈ ਵੀ ਜਦੋਂ ਯੁੱਧ ਚੱਲ ਰਿਹਾ ਸੀ ਮਹਾਭਾਰਤ ਦਾ, ਕੌਰਵਾਂ ਦੇ ਨਾਲ ਅਰਜੁਨ ਜੀ ਹੁਣਾਂ ਦਾ ਜਿਹੜਾ ਯੁੱਧ ਚੱਲਦਾ ਹੈ, ਤੇ ਕਾਫੀ ਸਮਾਂ ਯੁੱਧ ਚੱਲਦਾ ਰਿਹਾ, ਤੇ ਕਹਿੰਦੇ ਅਖੀਰ ਦੇ ਵਿੱਚ ਜਿਹੜੇ ਪਾਂਡਵ ਸੀ ਉਹਨਾਂ ਦੇ ਵਿੱਚ ਤਾਕਤ ਬਿਲਕੁਲ ਖਤਮ ਹੋ ਗਈ। ਕੁਝ ਕੁ ਸਮੇਂ ਦੇ ਲਈ ਕਹਿੰਦੇ ਸ਼ਾਂਤ ਹੋ ਗਈ। ਸਾਰੀ ਕਾਇਨਾਤ ਜਦੋਂ ਸ਼ਾਂਤ ਹੋਈ, ਏਦਾਂ ਲੱਗ ਰਿਹਾ ਸੀ ਵੀ ਜਿਨ੍ਹਾਂ ਨੂੰ ਜਿੱਤਣ ਦੀ ਉਮੀਦ ਸੀ ਉਹ ਹੁਣ ਹਾਰ ਰਹੇ ਆ। ਪਾਂਡਵ ਹਾਰ ਰਹੇ ਸੀ ਉਦੋਂ,
ਹੌਸਲਾ ਬਿਲਕੁਲ ਟੁੱਟ ਗਿਆ ਤੇ ਕਹਿੰਦੇ ਅਰਜੁਨ ਨੇ ਆਪਣਾ ਤੀਰ ਜਿਹੜਾ ਸੀ ਉਹ ਉਦਾਂ ਸੁੱਟ ਦਿੱਤਾ। ਤੇ ਜਦੋਂ ਸੁੱਟਿਆ ਨਾ, ਉਸੇ ਵਕਤ ਕ੍ਰਿਸ਼ਨ ਜੀ ਨੇ ਕੁਝ ਆਪਣੇ ਮੁਖ ਤੋਂ ਬੋਲ ਬੋਲੇ। ਸਾਰਿਆਂ ਨੂੰ ਪਤਾ ਹੈ ਜੀ, ਗੁਰਬਾਣੀ ਦੇ ਵਿੱਚ ਵੀ ਇਹ ਆਉਂਦਾ ਹੈ। ਤੇ ਉਹਨਾਂ ਨੇ ਮੁਖ ਦੇ ਵਿੱਚੋਂ ਕੁਝ ਬੋਲ ਬੋਲੇ ਤੇ ਉਹਨਾਂ ਬੋਲਾਂ ਨੂੰ ਅਸਲ ਦੇ ਵਿੱਚ ਭਗਵਤ ਗੀਤਾ ਕਿਹਾ ਜਾਂਦਾ ਹੈ, ਕਿਉਂਕਿ ਉਹ ਪੁਰਾਣ ਹੈ, ਉਹ ਇੱਕ ਭਗਵਤ ਗੀਤਾ ਹੈ, ਧਾਰਮਿਕ ਗ੍ਰੰਥ ਹੈ। ਤੇ ਕ੍ਰਿਸ਼ਨ ਜੀ ਦੇ ਉਹ ਬੋਲਾਂ ਨੂੰ ਭਗਵਤ ਗੀਤਾ ਕਿਹਾ ਗਿਆ। ਤੇ ਕਹਿੰਦੇ ਜਿਹੜੇ ਹਾਰ ਰਹੇ ਪਾਂਡਵ ਸੀ, ਜਦੋਂ ਕ੍ਰਿਸ਼ਨ ਜੀ ਨੇ ਕੁਝ ਬੋਲ ਬੋਲੇ ਤੇ ਹਾਰੇ ਹੋਏ ਪਾਂਡਵਾਂ ਦੇ ਵਿੱਚ ਉਹ ਤਾਕਤ ਆਈ ਕਿ ਉਹਨਾਂ ਨੇ ਸੁੱਟਿਆ ਹੋਇਆ ਤੀਰ ਜਿਹੜਾ ਸੀ, ਕਮਾਨ ਸੀ, ਉਹਨੂੰ ਚੁੱਕ ਲਿਆ ਤੇ ਫਿਰ ਜਾ ਕੇ ਕੌਰਵਾਂ ਦੇ ਨਾਲ ਜੰਗ ਕਰਨੀ ਸ਼ੁਰੂ ਕਰ ਦਿੱਤੀ। ਹੁਣ ਗੱਲ ਇੱਥੇ ਕੀ ਸੀ ਵੀ ਇੱਕ ਸ਼ਬਦਾਂ ਨੇ ਹਾਰੇ ਹੋਇਆਂ ਨੂੰ ਜਿਤਾ ਦਿੱਤਾ ਤੇ ਜਿੱਤਿਆਂ ਹੋਇਆਂ ਨੂੰ ਹਰਾ ਦਿੱਤਾ। ਤੇ ਇਹ ਗੱਲ ਸਾਰੀ ਸ਼ਬਦ ਦੇ ਉੱਤੇ ਸਮਝ ਆਉਂਦੀ ਹੈ ਵੀ ਮੇਰਾ ਕਹਿਣ ਦਾ ਅਰਜ਼, ਗੁਜ਼ਾਰਿਸ਼ ਇਹ ਆਪ ਸੰਗਤ ਦੇ ਅੱਗੇ ਹੈ ਵੀ ਸ਼ਬਦ ਜਿਹੜਾ ਹੈ ਉਹ ਬੜਾ ਕੁਝ ਕਰਵਾ ਦਿੰਦਾ ਹੈ। ਤੇ ਗੁਰੂ ਸਾਹਿਬ ਦੀ ਬਾਣੀ ਵੀ ਜਿਹੜੀ ਉਹ ਸ਼ਬਦਾਂ ਦੇ ਵਿੱਚ ਹੈ ਤੇ ਗੁਰੂ ਸਾਹਿਬ ਸ਼ਬਦ ਦੇ ਰਾਹੀਂ ਸਾਨੂੰ ਸਮਝਾਉਂਦੇ ਆ। ਜਦੋਂ ਅਸੀਂ ਗੁਰੂ ਕਲਗੀਧਰ ਮਹਾਰਾਜ ਜੀ ਦੀ ਵੀ ਗੱਲ ਕਰਦੇ ਆ ਨਾ, ਮੈਂ ਇਤਿਹਾਸ ਦੇ ਵੱਲ ਥੋੜਾ ਜਿਹਾ ਆਵਾਂ। ਔਰੰਗਜ਼ੇਬ ਈਵਨ ਇੱਥੋਂ ਤੱਕ ਪਹਾੜੀ ਰਾਜਿਆਂ ਦੇ ਨਾਲ ਗੁਰੂ ਕਲਗੀਧਰ ਮਹਾਰਾਜ ਜੀ ਦੀਆਂ 14 ਜੰਗਾਂ ਹੋਈਆਂ। 14 ਜੰਗਾਂ ਕਰਨ ਦੇ ਬਾਵਜੂਦ ਵੀ ਔਰੰਗਜ਼ੇਬ ਬਾਹਰੀ ਤੌਰ ਦੇ ਉੱਤੇ ਬੜੇ ਟੌਰਚਰ ਕਰਦਾ ਰਿਹਾ, ਬੜੀ ਫੌਜ ਭੇਜਦਾ ਰਿਹਾ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮਹਾਰਾਜ ਨੂੰ ਦਬਾਇਆ ਜਾ ਸਕੇ। ਪਰ ਸਤਿਗੁਰੂ ਉਹਦੀਆਂ ਜੰਗਾਂ ਦਾ ਜਵਾਬ ਦੇ ਰਿਹਾ, ਤਲਵਾਰ ਦਾ ਜਵਾਬ ਤਲਵਾਰ ਦੇ ਨਾਲ ਦੇ ਰਿਹਾ, ਪਰ ਔਰੰਗਜ਼ੇਬ ਨੂੰ ਫਰਕ ਨਹੀਂ ਪੈ ਰਿਹਾ। ਅਖੀਰਲੇ ਮੂਮੈਂਟ ਦੇ ਉੱਤੇ ਗੁਰੂ ਪਾਤਸ਼ਾਹ ਜੀ ਤਲਵੰਡੀ ਸਾਬੋ ਕੀ ਦੀ ਧਰਤੀ ਦੇ ਉੱਤੇ ਇੱਕ ਜ਼ਫਰਨਾਮਾ ਲਿਖਤ ਲਿਖਦੇ ਆ ਤੇ ਉਹ ਸ਼ਬਦਾਂ ਦੇ ਵਿੱਚ ਲਿਖਿਆ। ਤੇ ਜ਼ਫਰਨਾਮੇ ਨੂੰ ਸ਼ਬਦਾਂ ਦੇ ਵਿੱਚ ਲਿਖਿਆ। ਉਹ ਜਦੋਂ ਭਾਈ ਦਇਆ ਸਿੰਘ ਜੀ ਆਪਣੇ ਨਾਲ ਕੁਝ ਸਿੱਖਾਂ ਨੂੰ ਲੈ ਕੇ ਜਦੋਂ ਅਹਿਮਦਨਗਰ, ਇਹ ਤੇ ਅਹਿਮਦਗੜ੍ਹ ਹੈ ਨਾ, ਅਹਿਮਦਨਗਰ ਮਹਾਰਾਸ਼ਟਰ ਦੇ ਵਿੱਚ ਜਿੱਥੇ ਔਰੰਗਜ਼ੇਬ ਰਹਿੰਦਾ ਸੀ, ਦੱਖਣ ਸਾਊਥ ਦੇ ਵਿੱਚ, ਉਸ ਜਗ੍ਹਾ ਦੇ ਉੱਤੇ ਜਾ ਕੇ ਉਹ ਚਿੱਠੀ ਪਹੁੰਚਾਈ ਗਈ। ਜ਼ਫਰਨਾਮੇ ਦਾ ਅਰਥ ਹੁੰਦਾ ਵੀ ਜਿੱਤ ਦੀ ਚਿੱਠੀ। ਤੇ ਪੜਨ ਦੇ ਸਾਰ ਹੀ ਔਰੰਗਜ਼ੇਬ ਜਿਹੜਾ ਕਦੇ ਕਦੇ ਫੌਜਾਂ ਭੇਜਦਾ ਹੁੰਦਾ ਸੀ, ਉਹ ਅੰਦਰੋਂ ਟੁੱਟ ਗਿਆ, ਅੰਦਰੋਂ ਹਾਰ ਗਿਆ। ਇਹਦਾ ਅਰਥ ਹੈ ਵੀ ਜਿਹੜੀ ਗੱਲ ਕੱਲੀ ਤਲਵਾਰ ਜਾਂ ਹਥਿਆਰ ਨਹੀਂ ਕਰ ਸਕਦੇ, ਉੱਥੇ ਸ਼ਬਦ ਕੰਮ ਆਉਂਦੇ ਆ। ਤੇ ਨਾਲੇ ਇਹ ਚੇਤੇ ਰੱਖਿਓ ਵੀ ਮੈਂ ਇਹ ਨਹੀਂ ਕਹਿ ਰਿਹਾ ਵੀ ਹਥਿਆਰ ਛੱਡ ਦਿਓ ਜਾਂ ਕਿਰਪਾਨ ਨਹੀਂ ਪਾਉਣੀ ਚਾਹੀਦੀ, ਆਪਾਂ ਉਹ ਗੱਲ ਨਹੀਂ ਕਰਦੇ। ਮੈਂ ਇੱਥੇ ਸਿਰਫ ਇਹ ਅਰਜ਼ ਆਪ ਸੰਗਤ ਦੇ ਸਾਹਮਣੇ ਕਰ ਰਿਹਾ ਵਾਂ ਕਿ ਜਿੱਥੇ ਹਥਿਆਰ ਵੀ ਖਤਮ ਹੋ ਜਾਏ ਨਾ, ਉੱਥੇ ਸ਼ਬਦ ਬੜਾ ਕੁਝ ਕਰ ਦਿੰਦਾ ਹੈ। ਤੇ ਕਈ ਵਾਰ ਏਦਾਂ ਵੀ ਹੁੰਦਾ ਵੀ ਕਈ ਬੰਦਿਆਂ ਨੂੰ ਅਸੀਂ ਸ਼ਬਦ ਦੇ ਨਾਲ ਸਮਝਾਉਣ ਦਾ ਯਤਨ ਵੀ ਕਰਦੇ ਹਾਂ ਤੇ ਕਈ ਵਾਰ ਉਹ ਨਹੀਂ ਸਮਝਦੇ ਤੇ ਫਿਰ ਉਸ ਜਗ੍ਹਾ ਦੇ ਉੱਤੇ ਹਥਿਆਰ ਚੁੱਕਣਾ ਲਾਜ਼ਮੀ ਹੈ, ਕਿਉਂਕਿ ਬੜੇ ਜ਼ਾਲਮ ਸੀ ਜਿਹੜੇ ਕਿ ਸ਼ਬਦਾਂ ਦੇ ਨਾਲ ਤੇ ਨਹੀਂ ਸਮਝ ਸਕੇ। ਫਿਰ ਉਸ ਜਗ੍ਹਾ ਦੇ ਉੱਤੇ ਗੁਰੂ ਕਲਗੀਧਰ ਮਹਾਰਾਜ ਨੂੰ ਫਿਰ ਹਥਿਆਰ ਵੀ ਚੁੱਕਣਾ ਪਿਆ, ਲਾਜ਼ਮੀ ਹੈ। ਤੋ ਇਸ ਕਰਕੇ ਸਾਧ ਸੰਗਤ ਜੀ, ਇੱਕ ਤੇ ਇਹ ਅਰਜ਼ ਹੈ, ਮੈਂ ਇੱਕ ਛੋਟੀ ਜਿਹੀ ਗੱਲ ਹੋਰ ਸੰਗਤ ਦੇ ਨਾਲ ਸਾਂਝੀ ਕਰਾਂ ਵੀ ਸ਼ਬਦ ਕੀ ਕੀ ਕਰਵਾ ਸਕਦਾ ਹੈ। ਕਹਿੰਦੇ ਨਾ, ਇੱਕ ਵਾਰ ਰਾਜੇ ਨੇ ਕਿਸੇ ਦਰਬਾਰ ਦੇ, ਆਪਣੇ ਦਰਬਾਰ ਦੇ ਵਿੱਚ ਨਾ ਸਾਰੇ ਮੰਤਰੀਆਂ ਨੂੰ ਇਕੱਠਾ ਕੀਤਾ ਤੇ ਇਕੱਠੇ ਕਰਦੇ ਕਰਦੇ ਉਹਨੇ ਇੱਕ ਗੱਲ ਕਹੀ, ਕਹਿੰਦਾ ਵੀ ਮੈਂ ਤੁਹਾਡੇ ਤੋਂ ਇੱਕ ਸਵਾਲ ਪੁੱਛਣਾ ਅੱਜ, ਤੇ ਸਵਾਲ ਇਹ ਹੈ ਵੀ ਉਹ ਕਿਹੜੀ ਸ਼ੈ ਹੈ ਜਿਹੜੀ ਸਭ ਤੋਂ ਵੱਡੀ ਖਤਰਨਾਕ ਹੈ, ਸਭ ਤੋਂ ਜ਼ਿਆਦਾ ਖਤਰਨਾਕ ਕਿਹੜੀ ਸ਼ੈ ਹੈ। ਉਹਨੇ ਜਦੋਂ ਇਹ ਸਵਾਲ ਆਪਣੇ ਮੰਤਰੀਆਂ ਨੂੰ, ਜਿੰਨੇ ਵੀ ਉੱਥੇ ਬੈਠੇ ਸੀ, ਸਾਰਿਆਂ ਨੂੰ ਪੁੱਛਿਆ ਵੀ ਜਵਾਬ ਦਿਓ। ਸਾਰਿਆਂ ਨੇ, ਕਿਸੇ ਨੇ ਕਿਹਾ ਜੀ ਤੋਪ ਸਭ ਤੋਂ ਖਤਰਨਾਕ ਹੈ, ਕਿਸੇ ਨੇ ਕਿਹਾ ਕਿਰਪਾਨਾਂ ਨੇ, ਕਿਸੇ ਨੇ ਕਿਹਾ ਬੰਦੂਕ ਹੈ। ਸਾਰਿਆਂ ਦੇ ਜਵਾਬ ਸੁਣਦਾ ਰਿਹਾ। ਉਹਨਾਂ ਦੇ ਵਿੱਚ ਇੱਕ ਸਿਆਣਾ ਸੀ ਤੇ ਸਿਆਣੇ ਨੇ ਨਾ ਇੱਕ ਗੱਲ ਕਹੀ, ਕਹਿੰਦਾ ਜੀ ਸਭ ਤੋਂ ਖਤਰਨਾਕ ਚੀਜ਼ ਜ਼ੁਬਾਨ ਹੈ। ਉਹ ਰਾਜਾ ਕਹਿੰਦਾ ਵੀ ਉਹ ਕਿਵੇਂ, ਜ਼ੁਬਾਨ ਕਿੱਦਾਂ ਖਤਰਨਾਕ ਹੈ? ਉਹ ਕਹਿੰਦਾ ਜੀ ਜ਼ੁਬਾਨ ਇਸ ਕਰਕੇ ਖਤਰਨਾਕ ਹੈ ਕਿਉਂਕਿ ਜਿੰਨੇ ਵੀ ਜੰਗ ਨੇ, ਜਿੰਨੀਆਂ ਵੀ ਚੀਜ਼ਾਂ ਨੇ, ਉਹ ਤੋਪਾਂ ਦੇ ਨਾਲ ਬੰਦਾ ਲੜ ਸਕਦਾ ਪਰ ਉਮੀਦ ਨਹੀਂ ਹੈ ਵੀ ਜਿੱਤ ਸਕੇ ਜਾਂ ਨਾ ਜਿੱਤ ਸਕੇ। ਪਰ ਜ਼ੁਬਾਨ ਦੇ ਨਾਲ ਬੰਦਾ ਬਿਨਾਂ ਹਥਿਆਰਾਂ ਤੋਂ ਵੀ ਲੜ ਸਕਦਾ ਹੈ। ਗੁਰੂ ਨਾਨਕ ਸਾਹਿਬ ਜੀ ਦੀ ਜ਼ਿਕਰ ਕਰਦੇ ਹਾਂ ਵੀ ਸੱਜਣ ਠੱਗ ਦੇ ਸਾਹਮਣੇ ਗੁਰੂ ਨਾਨਕ ਸਾਹਿਬ ਨੇ ਕਿਰਪਾਨ ਥੋੜੀ ਚੱਕੀ ਸੀ, ਉੱਥੇ ਕੀ ਬਾਣ ਮਾਰੀ ਸੀ? ਸ਼ਬਦ ਦੇ। ਤੇ ਜਦੋਂ ਸ਼ਬਦ ਸੁਣਿਆ ਤੇ ਉਹਦਾ ਮਤਲਬ ਅੰਦਰੂਨੀ ਤੌਰ ਤੇ ਉਹ ਮੁਰਦਾ ਹੋ ਗਿਆ।
ਤੇ ਜਦੋਂ ਇਹ ਗੱਲ ਕਹੀ ਨਾ ਵੀ ਸਭ ਤੋਂ ਖਤਰਨਾਕ ਜਿਹੜੀ ਚੀਜ਼ ਹੈ ਉਹ ਜ਼ੁਬਾਨ ਹੈ, ਉਹ ਕਹਿੰਦਾ ਫਿਰ ਇਹ ਦੱਸੋ ਵੀ ਜੇ ਸਭ ਤੋਂ ਤਕੜੀ, ਸਭ ਤੋਂ ਮਤਲਬ ਅਹਿਮ ਜਿਹੜੀ ਚੀਜ਼ ਹੈ ਉਹ ਜ਼ੁਬਾਨ ਹੈ, ਤੇ ਇਹ ਦੱਸੋ ਵੀ ਸਭ ਤੋਂ ਮੁਸ਼ਕਲ, ਸਭ ਤੋਂ ਜ਼ਿਆਦਾ ਟਫ ਜਿਹੜੀ ਹੈ ਉਹ ਕਿਹੜੀ ਚੀਜ਼ ਹੈ, ਸਭ ਤੋਂ ਘਟੀਆ ਚੀਜ਼ ਕਿਹੜੀ ਹੈ? ਉਹ ਕਹਿੰਦਾ ਰਾਜਾ ਜੀ ਸਭ ਤੋਂ ਘਟੀਆ ਚੀਜ਼ ਵੀ ਜ਼ੁਬਾਨ ਹੈ। ਉਹ ਕਹਿੰਦਾ ਉਹ ਕਿਵੇਂ? ਵੀ ਦੋਨੋਂ ਸਵਾਲਾਂ ਦੇ ਇੱਕੋ ਜਵਾਬ ਦੇ ਰਹੇ ਹੋ। ਉਹ ਕਹਿੰਦਾ ਜੀ ਇਸ ਕਰਕੇ ਵੀ ਜਿਹੜੀ ਜ਼ੁਬਾਨ ਹੈ ਉਹ ਵਿਗੜੇ ਹੋਏ ਕਾਰਜ ਨੂੰ ਸੁਧਾਰ ਵੀ ਸਕਦੀ ਹੈ ਤੇ ਸੁਧਾਰੇ ਹੋਏ ਕਾਰਜ ਨੂੰ ਵਿਗਾੜ ਵੀ ਸਕਦੀ ਹੈ। ਇਹ ਜ਼ੁਬਾਨ ਹੀ ਹੈ ਨਾ। ਆਪਾਂ ਆਮ ਤੌਰ ਤੇ ਕਹਿੰਦੇ ਆ ਵੀ ਜੀਵ ਦੇ ਵਿੱਚ ਇੱਕ ਵੀ ਹੱਡੀ ਨਹੀਂ ਹੁੰਦੀ, ਜੀਵ ਦੇ ਵਿੱਚ ਇੱਕ ਵੀ ਹੱਡੀ ਨਹੀਂ ਹੁੰਦੀ, ਪਰ ਇਹਦੇ ਵਿੱਚ ਇੰਨੀ ਤਾਕਤ ਹੈ ਵੀ ਇਹ ਸਾਡੀਆਂ ਸਾਰੀਆਂ ਹੱਡੀਆਂ ਵੀ ਤੜਵਾ ਸਕਦੀ ਹੈ। ਇਹ ਹੈ ਜ਼ੁਬਾਨ ਦੀ ਤਾਕਤ, ਇਹ ਹੈ ਸ਼ਬਦ ਦੀ ਤਾਕਤ। ਤੋ ਜਿਸ ਦਿਨ ਅਸੀਂ ਇਸ ਗੱਲ ਨੂੰ ਸਮਝਾਂਗੇ, ਇਸ ਕਨਸੈਪਟ ਨੂੰ ਸਮਝਾਂਗੇ ਵੀ ਸ਼ਬਦ ਬੜਾ ਅਮੋਲਕ ਹੈ, ਬੜਾ ਗਹਿਰਾ ਹੈ, ਤੇ ਸ਼ਬਦ ਦੇ ਕਰਕੇ ਬੜੀਆਂ ਬੜੀਆਂ ਜੰਗਾਂ ਹੁੰਦੀਆਂ ਨੇ, ਤੇ ਸ਼ਬਦ ਦੇ ਕਰਕੇ ਬੜੇ ਯੁੱਧ ਪਲਟ ਵੀ ਜਾਂਦੇ ਆ। ਤੋ ਸ਼ਬਦ ਦੇ ਰਾਹੀਂ ਸੁੱਤੀ ਹੋਈ ਕੌਮ ਨੂੰ ਜਗਾਇਆ ਵੀ ਜਾ ਸਕਦਾ ਹੈ ਤੇ ਜਾਗੀ ਹੋਈ ਕੌਮ ਨੂੰ ਸੁੱਤਿਆ ਵੀ ਕੀਤਾ ਜਾ ਸਕਦਾ ਹੈ। ਸ਼ਬਦ ਦੀ ਤਾਕਤ ਹੈ। ਉਹ ਕਹਿੰਦੇ ਆ ਨਾ ਵੀ ਖੰਜਰ, ਕਿਰਪਾਨਾਂ, ਤੋਪਾਂ ਆਪਸ ਦੇ ਵਿੱਚ ਲੜ ਰਹੀਆਂ ਤੇ ਸ਼ਬਦ ਉਹਨਾਂ ਦੇ ਵਿੱਚ ਖਾਮੋਸ਼ ਸੀ। ਤੇ ਕਿਸੇ ਨੇ ਪੁੱਛਿਆ ਵੀ ਤੁਸੀਂ ਕਿਉਂ ਖਾਮੋਸ਼ ਹੋ? ਕਹਿੰਦਾ ਵੀ ਇਸ ਗੱਲ ਤੇ ਖਾਮੋਸ਼ ਆ ਵੀ ਇਹ ਆਪਸ ਦੇ ਵਿੱਚ ਟਕਰਾ ਰਹੇ ਆ, ਪਰ ਇਹਨਾਂ ਨੂੰ ਪਤਾ ਨਹੀਂ ਆ ਵੀ ਸਾਰਾ ਕਾਰਜ ਸਾਡਾ ਹੀ ਹੈ। ਅਸੀਂ ਇਹਨਾਂ ਦੇ ਵਿੱਚ ਇੰਟਰਫੇਅਰ ਹੋਏ ਵੀ ਇਹਦੇ ਕਰਕੇ ਇੱਕ ਦੂਜੇ ਨੂੰ ਮਾਰ ਕੁੱਟ ਰਹੇ ਆ। ਜੇ ਅਸੀਂ ਇਹਨਾਂ ਦੇ ਵਿੱਚ ਨਾ ਹੁੰਦੇ ਤੇ ਆਹ ਕਿਰਪਾਨਾਂ, ਇਹ ਤੋਪਾਂ ਦੇ ਵਿੱਚ ਕੀ ਸਮਤਾ, ਇਹ ਆਪਸ ਦੇ ਵਿੱਚ ਲੜ ਸਕਦੇ ਆ। ਤੇ ਇਹੀ ਗੱਲ ਹੈ ਵੀ ਸ਼ਬਦ ਜਿਹੜਾ ਹੈ ਉਹ ਬੜਾ ਕੁਝ ਕਰਵਾ ਸਕਦਾ ਹੈ। ਤੇ ਗੁਰੂ ਸਾਹਿਬ ਕਹਿੰਦੇ ਵੀ ਰੱਬ ਦੇ ਹੁਕਮ ਨੂੰ ਸਮਝਣਾ ਹੈ ਨਾ, ਤੇ ਫਿਰ ਉਹਨੂੰ ਸ਼ਬਦ ਦੇ ਰਾਹੀਂ ਬਿਆਨ ਕੀਤਾ ਜਾ ਸਕਦਾ ਹੈ। ਤੇ ਗੁਰੂ ਸਾਹਿਬ ਨੇ ਸਾਨੂੰ ਸ਼ਬਦ ਦੇ ਰਾਹੀਂ ਉਹਨੂੰ ਸਮਝਾਇਆ ਹੈ ਵੀ ਸ਼ਬਦ ਦੀ ਕੀ ਵੱਡੀ ਤਾਕਤ ਹੈ। ਇਸੇ ਕਰਕੇ ਇੱਕ ਨੁਕਤਾ ਲੈ ਕੇ ਜਾਇਓ ਜੀ ਜ਼ਰੂਰ, ਕਿ ਆਪਾਂ ਆਮ ਤੌਰ ਤੇ ਕਹਿੰਦੇ ਆ ਨਾ ਵੀ ਪਹਿਲਾਂ ਤੋਲੋ ਤੇ ਫਿਰ ਬੋਲੋ। ਤੋਲਣਾ ਬੜਾ ਜ਼ਰੂਰੀ ਹੈ। ਇੱਕ ਇੱਕ ਜ਼ੁਬਾਨ ਚੋਂ ਨਿਕਲਿਆ ਹੋਇਆ ਸ਼ਬਦ ਬੜਾ ਕੁਝ ਕਰਵਾ ਸਕਦਾ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਇੱਕ ਗੱਲ ਆਪਾਂ ਸਾਰਿਆਂ ਨੂੰ ਪਤਾ ਹੈ, ਮੈਂ ਤੋਂ ਬਾਅਦ ਖੇਮਾ ਦਾ ਜਾਚਕ ਹੋ ਜਾਣਾ ਹੈ ਜੀ 1 ਮਿੰਟ ਦੇ ਵਿੱਚ। ਉੱਥੇ ਅਸੀਂ ਸਾਰਿਆਂ ਨੇ ਇੱਕ ਗੱਲ ਪੜ੍ਹੀ ਬੜੀ ਪਿਆਰੀ, ਵੀ ਗੁਰੂ ਸਾਹਿਬ ਨੇ 13 ਤੋਲਿਆ। ਪਰ ਇੱਕ ਵਾਰ ਤੁਸੀਂ ਸਾਰੇ ਜਾਣੇ ਸੋਚੋ ਵੀ ਕੀ ਗੁਰੂ ਨਾਨਕ ਸਾਹਿਬ ਮਹਾਰਾਜ 13 ਤੋਂ ਅੱਗੇ ਨਹੀਂ ਸੀ ਜਾਣਦੇ? ਅੱਗੇ ਵੀ ਜਾਣਦੇ ਸੀ ਨਾ। ਜਦੋਂ ਉਹਨਾਂ ਨੇ 13 ਦੀ ਸ਼ੁਰੂਆਤ ਕੀਤੀ ਤੇ ਉੱਥੇ ਉਹਨਾਂ ਨੇ ਇਹ ਵੀ ਕਹਿ ਦਿੱਤਾ ਵੀ 13 ਤੇ ਨਾ ਰੁਕ ਜਾਇਓ, ਇਹ ਪਾਤਾਲਾਂ ਪਾਤਾਲ ਲੱਖ ਆਗਾਸਾਂ। ਆਗਾਸ ਗਿਣਤੀ ਤਾਂ ਇਹ ਤੋਂ ਉੱਤੇ ਵੀ ਹੈ। ਕੱਲਾ 13 ਦੇ ਵਿੱਚ ਨਾਲੋਂ ਜਾਇਓ ਵੀ ਵਾਹਿਗੁਰੂ 13 ਇਹ ਠੀਕ ਹੈ ਵੀ ਇਹ ਸਾਡੇ ਅੰਦਰੋਂ ਹਉਮੈ ਨੂੰ ਖਤਮ ਕਰਦਾ ਹੈ, ਉਹਨਾਂ ਨੇ ਸਿਧਾਂਤ ਬਖਸ਼ਿਆ ਹੈ, ਪਰ ਉਹਨਾਂ ਨੇ ਕਿਹਾ ਵੀ ਕੱਲਾ 13 ਗਿਣਤੀ ਤੱਕ ਨਾ ਸੀਮਤ ਰਹਿ ਜਾਇਓ। ਪਰਮਾਤਮਾ ਜਿੱਥੇ ਇੱਕ ਹੈ ਉੱਥੇ ਪਾਤਾਲਾਂ ਪਾਤਾਲ ਵੀ ਹੈ। ਕਈਆਂ ਨੇ ਕਿਹਾ 7 ਹੈ, ਕਿਸੇ ਨੇ ਕਿਹਾ 9 ਹੈ, ਤੇ ਗੁਰੂ ਸਾਹਿਬ ਕਹਿੰਦੇ ਨਹੀਂ, ਉਹ ਤੇ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ, ਉਹ ਤੇ ਗਿਣਤੀ ਦੇ ਵਿੱਚ ਹੀ ਨਹੀਂ ਕੋਈ ਆਉਂਦਾ। ਪਰ ਪਹਿਲਾਂ ਤੇ 13 ਤੱਕ ਪਹੁੰਚਣਾ ਸਾਨੂੰ ਪਵੇਗਾ ਨਾ। ਜਿਹੜਾ 13 ਤੱਕ ਨਹੀਂ ਪਹੁੰਚਿਆ ਉਹ ਪਾਤਾਲਾਂ ਪਾਤਾਲ ਤੱਕ ਕਿੱਥੇ ਪਹੁੰਚੇਗਾ? ਤੇ ਇਸ ਕਰਕੇ ਅਰਜ਼ ਹੈ ਜੀ, ਅਖੀਰ ਚ ਪਾਤਸ਼ਾਹ ਜੀ ਕਹਿੰਦੇ ਆ, ਬਿਨ ਨਾਮੈ ਦੁੱਖ ਪਾਏ ਆਵਣ ਜਾਣਿਆ। ਬਿਨਾਂ ਨਾਮ ਤੋਂ ਜਿਹੜਾ ਮਨੁੱਖ ਹੈ ਉਹ ਆਪਣੇ ਜੀਵਨ ਦੇ ਵਿੱਚ ਦੁੱਖ ਹੀ ਪਾਉਂਦਾ ਹੈ। ਨਾਨਕ ਪਾਰਖ ਆਪ ਜਿਨ ਖੋਟਾ ਖਰਾ ਪਛਾਣਿਆ। ਕਹਿੰਦੇ ਵੀ ਆਪਣੇ ਆਪ ਦੀ ਪਰਖ ਕਰ, ਉਹ ਪਰਮਾਤਮਾ ਨੂੰ ਸਮਝ ਵੀ ਜਿਸ ਪਰਮਾਤਮਾ ਨੇ ਖੋਟੇ ਔਰ ਖਰੇ ਦੀ ਪਹਿਚਾਣ ਕੀਤੀ ਹੈ, ਉਹਨੂੰ ਪਤਾ ਵੀ ਕਿਹੜਾ ਇਨਸਾਨ ਖੋਟਾ ਹੈ ਤੇ ਕਿਹੜਾ ਇਨਸਾਨ ਖਰਾ ਹੈ। ਸੋ ਸਾਧ ਸੰਗਤ ਜੀ, ਇਸੇ ਅੱਜ ਦੀ ਵਿਚਾਰ ਜੀ, ਵਿਚਾਰਾਂ ਕਰਦਿਆਂ ਹੋਇਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦਾਸਰੇ ਦੀਆਂ ਜੀ, ਵਡਿਆਈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਝੋਲੀ ਪਾਉਣੀ। ਸਾਰੀ ਸੰਗਤ ਪਿਆਰ ਸਤਿਕਾਰ ਦੇ ਨਾਲ ਉਚਾਰਨ ਕਰੋ ਜੀ। ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।